बाघा पुराना जी किसान महापंचायत आपने की है उहदे च दावा किया गया है कि पंजाब जिहड़ा है तीजे बदल वाल तांग रहा है, सदा दिता है तीजे बदल का पंजाब दे विच। ਤੇ ਜਿਹਨੂੰ ਦਿੱਲੀ ਦੇ ਵਿੱਚ ਵੀ ਬਿਮਾਰੀ ਹੈਗੀ ਹੈ, ਪੰਜਾਬ 'ਚ ਬਿਮਾਰੀ ਕਿੰਨੀ ਜ਼ਿਆਦਾ ਵੱਧ ਰਹੀ ਹੈਗੀ ਹੈ, ਉਹ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਪੰਜਾਬ ਦੇ ਲੋਕਾਂ ਦੀ ਜਾਨ ਦੀ ਜਿਹੜੀ ਹੈਗੀ ਹੈ ਉਹ ਚਿੰਤਾ ਕਰਨ ਦੀ ਬਜਾਏ ਆਪਣੇ ਪੋਲੀਟੀਕਲ ਜਿਹੜੇ ਸਿਆਸੀ ਜਿਹੜੇ ਉਹਦੇ ਮੰਤਵ ਨੇ, ਉਦੇਸ਼ ਨੇ, ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਉਹਨਾਂ ਨੇ। ਤੇ ਬੜੀ ਜਿਹੜੀ ਹੈਗੀ ਹੈ ਮਾੜੀ ਗੱਲ ਹੈ, ਅੱਛੀ ਗੱਲ ਨਹੀਂ ਹੋਈ ਹੈਗੀ। ਜਦੋਂ ਤੱਕ ਚੋਣਾਂ ਲੁੱਟਣੀਆਂ ਹੋਣ ਕਾਰਪੋਰੇਸ਼ਨ ਦੀਆਂ ਜਾਂ ਸਥਾਨਕ ਸਰਕਾਰਾਂ ਕਰਾਉਣੀਆਂ ਹੋਣ ਉਦੋਂ ਤੱਕ ਕਰੋਨਾ ਹੈ ਨਹੀਂ। ਜੇਕਰ ਤੁਹਾਡਾ ਕੋਈ ਪਰਸਨਲ ਫੰਕਸ਼ਨ ਹੋਵੇ ਜਿਹੜਾ ਕਿਤੇ ਵੀ ਹੋ ਸਕਦਾ ਹੈ, ਅਸੀਂ ਜਾਣਦੇ ਹਾਂ, ਤੁਹਾਨੂੰ ਸਮਝ ਹੀ ਚੁੱਕੇ ਹੋਗੇ ਮੈਂ ਕੀ ਕਹਿਣਾ ਚਾਹੁੰਦਾ ਵਾਂ, ਉਦੋਂ ਕਰੋਨਾ ਨਹੀਂ ਹੈਗਾ। ਜਦੋਂ ਕਾਂਗਰਸ ਦੇ ਲੀਡਰ ਜਾ ਕੇ ਵੈਸਟ ਬੰਗਾਲ ਦੇ ਵਿੱਚ ਪ੍ਰਚਾਰ ਕਰਦੇ ਨੇ ਉਦੋਂ ਕਰੋਨਾ ਨਹੀਂ ਹੈਗਾ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪਣੀਆਂ ਦੋ ਵੱਡੀਆਂ ਰੈਲੀਆਂ ਕਰਦੇ ਨੇ ਉਦੋਂ ਕਰੋਨਾ ਨਹੀਂ ਹੈਗਾ। किसान महापंचायत का नाम लैके इन्होंने जी बराबर की एक बनाने की कोशिश की कि बराबर की असी रैली करिए, किसानों का नाम रह के वो किधरे ना किधरे जी एक संघर्ष चल रहा किसानों का उन्होंने पिछे पाने की गल है ना, उन्होंने लैके गल सारी उत्थे पोलीटिकल हुई है। भगवंत मान जी देखो बड़ा ਤਿਆਰ ਤੁਰ ਹੋ ਕੇ ਆਏ ਸੀ, ਪੱਗ ਬੰਨੀ ਬੜੀ ਵਧੀਆ ਬੰਨੀ ਹੋਈ ਸੀ ਤੇ ਉਹਨਾਂ ਨੇ ਇੱਕ ਮਤਲਬ ਆਪਣਾ ਟਾਈਮ ਛੱਡ ਕੇ ਮਾਈਕ ਫੜਾਇਆ ਕੇਜਰੀਵਾਲ ਜੀ ਨੂੰ ਤੇ ਬਾਰ-ਬਾਰ ਯਾਦ ਵੀ ਦਿਲਾਇਆ ਕਿ ਮੈਂ ਪ੍ਰਧਾਨ ਹੈ ਪੰਜਾਬ ਦਾ। ਤੇ ਉਹਨੂੰ ਪੂਰੀ ਆਸ ਸੀਗੀ ਕਿ ਕੱਲ ਅਨਾਉਂਸ ਕਰਨਗੇ ਨਾਮ ਮੁੱਖ ਮੰਤਰੀ ਦਾ, ਭਗਵੰਤ ਸਿੰਘ ਮਾਨ ਜਿਹੜੇ ਹੈ ਉਹਨਾਂ ਦਾ ਨਾਂ ਕਰਨਗੇ ਕੇਜਰੀਵਾਲ ਸਾਹਿਬ। ਲੇਕਿਨ ਉਹਨਾਂ ਨੇ ਨਾਮ ਤਾਂ ਇੱਕ ਪਾਸੇ ਉਹਦਾ ਤਾਂ ਮਤਲਬ ਜ਼ਿਕਰ ਵੀ ਨਹੀਂ ਕੀਤਾ ਕਿ ਪ੍ਰਧਾਨ ਦਾ ਕੀ ਹੈ ਰੋਲ, ਫਲਾਣਾ ਧਿਮਕਾ। ये कहते लखां का इकट्ठ सी तो पिछे मैं याद करावां कोई हफ्ते 10 दिन पहला खेमकरन जो रैली हुई श्रोमणी अकाली दल की, वो एक हल्के का इकट्ठ सी। असी खेमकरन दे लोगां नूं साडे अकाली वर्करां नूं उत्थे धन्नवाद कीता सी कि इन्हां असी तां हज़ारां दी तादाद च कहा सी तुसीं आए हो, पर जे ये आपदे लखां दी कहंदे ते वो भी लखां दी ही तादाद च आए सी। उस तो वड्डी इन्हां दी बाघा पुरानी रैली तो वड्डी रैली सी वो। ਇਹਨਾਂ ਦੋਹਾਂ ਪਾਰਟੀਆਂ ਨੇ ਕਿਉਂਕਿ ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਜਿਹੜਾ ਇਹਨਾਂ ਦਾ ਆਈਟੀ ਵਿੰਗ ਹੈਗਾ, ਇੱਕ ਦਿਨ ਪਹਿਲਾਂ ਜਿਸ ਤਰੀਕੇ ਨਾਲ ਭੰਬਲ ਗੁੱਸੇ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰੀਕੇ ਨਾਲ ਕਨਫਿਊਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਇਹ ਪ੍ਰਚਾਰਿਆ ਗਿਆ ਕਿ ਇਹ ਰੈਲੀ ਕੈਂਸਲ ਹੋ ਗਈ, ਔਰ ਜਿਸ ਤਰੀਕੇ ਨਾਲ ਕਾਂਗਰਸ ਦੀ ਸਰਕਾਰ ਨੇ ਕਰੋਨਾ ਦੀ ਆੜ ਦੇ ਥੱਲੇ ਭੰਡੀ ਪ੍ਰਚਾਰ ਕੀਤਾ, ਪਰ ਉਸ ਦੇ ਬਾਵਜੂਦ ਜਿਸ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆ ਕੇ ਉਸ ਰੈਲੀ ਨੂੰ ਸਫਲ ਬਣਾਇਆ, ਉਹ ਰੈਲੀ ਦੇ ਸਫਲ ਹੋਣ ਦੇ ਨਾਲ ਇਹਨਾਂ ਦੀ ਰਾਤਾਂ ਦੀ ਨੀਂਦ ਉੱਡਣੀ ਤਾਂ ਲਾਜ਼ਮੀ ਹੈਗੀ ਹੈ। ਇਹ ਜੋ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਜਿਹੜੀ ਹੈਗੀ ਹੈ ਉਮੀਦਵਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਉਹ ਕੇਜਰੀਵਾਲ ਸਾਹਿਬ ਦੇ ਮਨ 'ਚ ਕੋਈ ਗੱਲ ਹੋਰ ਲੱਗਦੀ ਹੈ ਕਿ ਕੋਈ ਡਿਫਰੈਂਟ ਚੀਜ਼ ਲੱਗਦੀ ਹੈ। ਜੋ ਵਾਅਦੇ ਪਿਛਲੀ ਵਾਰੀ ਝੂਠੇ कैप्टन अमरिंदर सिंह करता रहा, एक बड़े सोहने टाइम ते बड़े एडवांस दे विच केजरीवाल ने कीते इस रैली विच, इस तो वध ये रैली कुछ भी नहीं। हेल्थ की गल हुई आम आदमी पार्टी दे सकती है, बिजली की गल हुई आम आदमी पार्टी दे सकती है, भ्रिष्टाचार मुक्त प्रशासन की गल हुई आम आदमी पार्टी दे सकती हैगी है। ये इन्हां दे वधदा रोग नहीं, इन्हां दी फ्रस्ट्रेशन झलक रही हैगी है। ਤੁਸੀਂ ਤੇ ਹਰ ਐਮਐਸਪੀ ਤੇ ਤੁਰੇ ਫਿਰਦੇ ਹੋ ਸਵਾਲ ਸਾਹਿਬ। ਦਿੱਲੀ ਦੀ ਸਰਕਾਰ ਤਾਂ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਪੈਸੇ ਹੈਗੇ ਉਹ ਕਿਸਾਨਾਂ ਨੂੰ ਦਿੰਦੀ ਹੈ। ਨਜ਼ਰੀਏ ਦੀ ਵਿੱਚ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਬਾਘਾ ਪੁਰਾਣਾ ਚ ਬੀਤੇ ਕੱਲ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਮਹਾਪੰਚਾਇਤ ਕੀਤੀ ਗਈ, ਜਿਹਦੇ ਚ ਤਿੰਨ ਜਿਹੜੇ ਖੇਤੀ ਨਵੇਂ ਕਾਨੂੰਨ ਹੈਗੇ ਆ ਉਹਨਾਂ ਨੂੰ ਰੱਦ ਕਰਨ ਦੇ ਕਿਸਾਨੀ ਅੰਦੋਲਨ ਦੀ ਡਟ ਕੇ ਹਮਾਇਤ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਪੰਜਾਬ ਜਿਹੜਾ ਹੈਗਾ ਤੀਜੇ ਬਦਲ ਵੱਲ ਤਾਂਘ ਰਿਹਾ, ਝਾਕ ਰਿਹਾ। ਪਾਰਟੀ ਨੇ ਦਾਅਵਾ ਇਹ ਵੀ ਕੀਤਾ ਹੈ ਇੱਕ ਸਰਵੇਖਣ ਮੁਤਾਬਕ ਕਿ ਅਗਲੀ ਸਰਕਾਰ ਆਪ ਦੀ ਕਿੰਨੇ ਕੁ ਦਾਅਵੇ ਸਹੀ ਹੈ, ਕਿੰਨੇ ਕੁ ਸਹੀ ਨਹੀਂ ਹੈ। ਇਸੇ ਮੁੱਦੇ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਆ। ਸਰਜੀਤ ਸਿੰਘ ਸਵੈਜ ਜੀ ਨੇ, ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਨੀਲ ਗਰਗ ਜੀ, ਇਸੇ ਤਰ੍ਹਾਂ ਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ। ਤਿੰਨੇ ਹੀ ਮਹਿਮਾਨਾਂ ਨੂੰ ਆਪਾਂ ਤੁਹਾਡੇ ਸਾਰਿਆਂ ਵੱਲੋਂ
ਚੈਨਲ ਤੇ ਆਉਣ ਲਈ, ਪੈਨਲ ਤੇ ਆਉਣ ਲਈ ਵੈਲਕਮ ਕਰਦੇ ਹਾਂ, ਜੀ ਆਖਦੇ ਹਾਂ। ਸਹਿਜ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ ਜੀ। ਕੱਲ ਬਾਘਾ ਪੁਰਾਣਾ 'ਚ ਜਿਹੜੀ ਕਿਸਾਨ ਮਹਾਪੰਚਾਇਤ ਆਪ ਨੇ ਕੀਤੀ ਹੈ, ਉਹਦੇ 'ਚ ਦਾਅਵਾ ਕੀਤਾ ਗਿਆ ਕਿ ਪੰਜਾਬ ਜਿਹੜਾ ਹੈਗਾ ਤੀਜੇ ਬਦਲ ਵੱਲ ਤਾਂਘ ਰਿਹਾ ਜਾਂ ਸੱਦਾ ਦਿੱਤਾ ਤੀਜੇ ਬਦਲ ਦਾ ਪੰਜਾਬ ਦੇ ਵਿੱਚ। ਦੇਖੋ, ਬਦਲ ਦੀ ਗੱਲ ਤਾਂ ਆਪਾਂ ਬਾਅਦ ਚ ਕਰਾਂਗੇ ਜੀ। ਪਹਿਲਾਂ ਤਾਂ ਜਿਹੜਾ ਇਹਨਾਂ ਨੇ ਕਿਸਾਨਾਂ ਦਾ ਨਾਂ ਲੈ ਕੇ ਇਹ ਆਪਣਾ ਜੀ। ਜਿਹੜਾ ਸਿਆਸੀ ਜਿਹੜੇ ਹੈਗੇ ਆ ਉਹ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਇਹ ਦੇਖੋ, ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਪੋਲੀਟੀਕਲ ਰੈਲੀਆਂ ਹੁੰਦੀਆਂ ਨੇ, ਚੋਣਾਂ ਤੋਂ ਪਹਿਲਾਂ ਵੀ ਹੁੰਦੀਆਂ ਨੇ, ਤੇ ਲੇਕਿਨ ਜੋ ਮੌਜੂਦਾ ਪੰਜਾਬ ਦੇ ਹਾਲਾਤ ਨੇ ਇਸ ਮਹਾਂਮਾਰੀ ਕਰਕੇ, ਕਰੋਨਾ ਕਰਕੇ, ਉਹਦੇ ਵਿੱਚ ਕੋਈ ਹੋਰ ਕਰੇ ਇਦਾਂ ਦੇ ਕੰਮ ਤਾਂ ਚਲੋ ਕੋਈ ਗੱਲ ਨਹੀਂ, ਆਪਾਂ ਮਾਫ ਵੀ ਕਰ ਸਕਦੇ ਹਾਂ। ਲੇਕਿਨ ਜਿਹੜਾ ਖੁਦ ਮੁੱਖ ਮੰਤਰੀ ਹੋ ਕੇ ਤੇ ਜਿਹਨੂੰ ਦਿੱਲੀ ਦੇ ਵਿੱਚ ਵੀ ਬਿਮਾਰੀ ਹੈਗੀ ਹੈ, ਪੰਜਾਬ 'ਚ ਬਿਮਾਰੀ ਕਿੰਨੀ ਜ਼ਿਆਦਾ ਵੱਧ ਰਹੀ ਹੈਗੀ ਹੈ, ਉਹ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਪੰਜਾਬ ਦੇ ਲੋਕਾਂ ਦੀ ਜਾਨ ਦੀ ਤੇ ਜਿਹੜੀ ਹੈਗੀ ਹੈ ਉਹ ਚਿੰਤਾ ਕਰਨ ਦੀ ਬਜਾਏ ਆਪਣੇ ਪੋਲੀਟੀਕਲ ਜਿਹੜੇ ਸਿਆਸੀ ਜਿਹੜੇ ਉਹਦੇ ਮੰਤਵ ਨੇ, ਉਦੇਸ਼ ਨੇ, ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਉਹਨਾਂ ਨੇ। ਇਹ ਬੜੀ ਜਿਹੜੀ ਹੈਗੀ ਹੈ ਮਾੜੀ ਗੱਲ ਹੈ, ਅੱਛੀ ਗੱਲ ਨਹੀਂ ਹੋਈ ਹੈਗੀ। ਤੇ ਦੂਜਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਥੋੜਾ ਜਿਹਾ ਮੈਂ ਲਾਈਟਰ ਸਾਈਡ ਤੇ ਜਾਣਾ ਚਾਹੁੰਦਾ ਹੈ ਕਿ ਕੱਲ ਭਗਵੰਤ ਮਾਨ ਜੀ ਦੇਖੋ ਬੜਾ ਤਿਆਰ ਤੁਰ ਹੋ ਕੇ ਆਏ ਸੀ, ਪੱਗ ਬੰਨੀ ਬੜੀ ਵਧੀਆ ਬੰਨੀ ਹੋਈ ਸੀ, ਤੇ ਉਹਨਾਂ ਨੇ ਇੱਕ ਮਤਲਬ ਆਪਣਾ ਟਾਈਮ ਛੱਡ ਕੇ ਮਾਈਕ ਫੜਾਇਆ ਕੇਜਰੀਵਾਲ ਜੀ ਨੂੰ, ਤੇ ਬਾਰ-ਬਾਰ ਯਾਦ ਵੀ ਦਿਲਾਇਆ ਕਿ ਮੈਂ ਪ੍ਰਧਾਨ ਹੈ ਪੰਜਾਬ ਦਾ, ਤੇ ਉਹਨੂੰ ਪੂਰੀ ਆਸ ਸੀਗੀ ਕਿ ਕੱਲ ਅਨਾਉਂਸ ਕਰਨਗੇ ਨਾਮ ਮੁੱਖ ਮੰਤਰੀ ਦਾ, ਭਗਵੰਤ ਸਿੰਘ ਮਾਨ ਜਿਹੜੇ ਹੈ ਉਹਨਾਂ ਦਾ ਨਾਂ ਕਰਨਗੇ ਕੇਜਰੀਵਾਲ ਸਾਹਿਬ। ਲੇਕਿਨ ਉਹਨਾਂ ਨੇ ਨਾਮ ਤਾਂ ਇੱਕ ਪਾਸੇ ਉਹਦਾ ਤਾਂ ਮਤਲਬ ਜ਼ਿਕਰ ਵੀ ਨਹੀਂ ਕੀਤਾ ਕਿ ਪ੍ਰਧਾਨ ਦਾ ਕੀ ਹੈ ਰੋਲ, ਫਲਾਣਾ ਧਿਮਕਾ। ਤੇ ਸਗੋਂ ਲੱਗਦਾ ਇਹ ਹੈ ਕਿ ਜੋ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਜਿਹੜੀ ਹੈਗੀ ਹੈ ਉਮੀਦਵਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਉਹ ਕੇਜਰੀਵਾਲ ਸਾਹਿਬ ਦੇ ਮਨ 'ਚ ਕੋਈ ਗੱਲ ਹੋਰ ਲੱਗਦੀ ਹੈ, ਕਿ ਕੋਈ ਡਿਫਰੈਂਟ ਚੀਜ਼ ਲੱਗਦੀ ਹੈ। ਇਸ ਗੱਲ ਦਾ ਜਿਹੜਾ ਹੈ ਦੁੱਖ ਤਾਂ ਭਗਵੰਤ ਮਾਨ ਨੂੰ ਬਹੁਤ ਹੋਇਆ ਹੋਏਗਾ। ਤੇ ਆਮ ਆਦਮੀ ਪਾਰਟੀ ਨੇ ਵੀ ਜੋ ਬਾਰ-ਬਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਲਦੀ ਜਿਹੜਾ ਹੈਗਾ ਮੁੱਖ ਮੰਤਰੀ ਚਿਹਰਾ ਦੇਵਾਂਗੇ, ਉਹ ਵੀ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਹੈਗਾ ਸਿਆਸੀ ਤੌਰ ਤੇ ਜਿਹੜਾ ਹੈਗਾ ਉਹ ਅਜੇ ਫੈਸਲਾ ਨਹੀਂ ਕਰ ਸਕੇ ਇਹ, ਨਾ ਹੀ ਇਹਨਾਂ ਨੂੰ ਸ਼ਾਇਦ ਇਹ ਕਰ ਸਕਣ ਇਸ ਗੱਲ ਦਾ। ਦੇਖੋ, ਹੈ ਅਸੀਂ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ, ਕਾਂਗਰਸ ਪਾਰਟੀ ਆ, ਅਕਾਲੀ ਦਲ ਨੂੰ ਇਸ ਨਾਲ ਕੋਈ ਬਹੁਤਾ ਮਸਲਾ ਤਾਂ ਨਹੀਂ ਹੈ ਤਰ੍ਹਾਂ ਦੀ ਆਪਦਾ ਅੰਦਰ ਦਾ ਮਸਲਾ ਹੈਗਾ ਇਹ, ਬਟ ਪਬਲਿਕਲੀ ਵੀ ਗੱਲਾਂ ਹੋ ਰਹੀਆਂ ਨੇ। ਇਸ ਪੱਖੋਂ ਮੈਂ ਕਹਿ ਰਿਹਾ ਕਿ ਕੱਲ ਜਿਹੜੀ ਹੈਗੀ ਹੈ ਉਹਨਾਂ ਨੇ ਭਗਵੰਤ ਮਾਨ ਨੂੰ ਖੁਸ਼ੀ ਬਹੁਤ ਹੋਈ ਹੋਏਗੀ ਇਸ ਗੱਲ ਦੀ। ਤੇ ਅਗਲੀ ਗੱਲ ਜਿਹੜੀ ਹੈਗੀ ਮਸਲਾ ਜੀ ਸਰ ਜੀ, ਮੈਂ ਤੁਹਾਨੂੰ ਟੋਕਣ ਲੱਗਿਆ, ਮਾਫੀ ਇਸ ਗੱਲ ਦੀ। ਅੰਦਰ ਦਾ ਮਸਲਾ ਰਹਿ ਨਹੀਂ ਜਾਂਦਾ, ਕਿਉਂਕਿ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਆ ਉਹ ਜਨਤਕ ਮਸਲੇ ਹੁੰਦੇ ਆ। ਜੇ ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਦੇ ਰੇੜਕੇ ਦੀ ਗੱਲ ਹੋ ਸਕਦੀ ਹੈ ਤਾਂ ਭਗਵੰਤ ਮਾਨ ਦੀ ਗੱਲ ਵੀ ਹੋ ਸਕਦੀ ਹੈ, ਕੋਈ ਅੰਦਰ ਦੇ ਰੇੜਕੇ ਦੀ ਗੱਲ ਨਹੀਂ। ਜੀ 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 ਗਰਗ ਸਾਹਿਬ। ਜੀ ਸਰ, ਆਪਾਂ ਗਰਗ ਸਾਹਿਬ ਤੋਂ ਜਵਾਬ ਲੈ ਲਈਏ। ਗਰਗ ਸਾਹਿਬ, ਇਹਨਾਂ ਨੇ ਕਿਹਾ ਕਿ ਕੱਲ ਦੀ ਜਿਹੜੀ ਰੈਲੀ ਹੈ ਤਾਂ ਠੀਕ ਹੈ, ਬਾਕੀ ਜਿਹੜਾ ਕਰੋਨਾ ਦੇ ਮੱਦੇਨਜ਼ਰ ਜਿਹੜਾ ਸਾਰਾ ਕੁਝ ਜਿਹੜਾ ਗੜਬੜ ਕੀਤੀ ਗਈ, ਇਹ ਜਿਹੇ ਮੌਕੇ ਤੇ ਹੋਣੀਆਂ ਨਹੀਂ ਚਾਹੀਦੀਆਂ ਰੈਲੀਆਂ। ਦੂਜਾ, ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀਆਂ ਆਸਾਂ ਤੇ ਪਾਣੀ ਫਿਰ ਗਿਆ, ਉਹਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਜਾਣਗੇ ਕੇਜਰੀਵਾਲ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿਹੜੀ ਦੱਸਦਾ ਕਿ ਕੱਲ ਜਿਹੜੀ ਇਤਿਹਾਸਕ ਰੈਲੀ ਬਾਘਾ ਪੁਰਾਣਾ ਦੇ ਵਿੱਚ ਹੋਏ, ਜਿਸ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ, ਉਹਦੇ ਲਈ ਸਾਰੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਤੇ ਮੁਬਾਰਕਬਾਦ ਦਿੰਦਾ ਕਿ ਤੁਸੀਂ ਐਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਆ ਕੇ ਇਸ ਰੈਲੀ ਨੂੰ ਸਫਲ ਬਣਾਇਆ। ਔਰ ਜਿੱਥੋਂ ਤੱਕ ਕਰੋਨਾ ਦਾ ਸੰਬੰਧ ਹੈਗਾ, ਸਵਾਚ ਜੀ ਬੜੇ ਜ਼ੋਰ ਸ਼ੋਰ ਨਾਲ ਇੱਥੇ ਕਹਿ ਰਹੇ ਨੇ, ਜਦੋਂ ਤੱਕ ਚੋਣਾਂ ਲੁੱਟਣੀਆਂ ਹੋਣ ਕਾਰਪੋਰੇਸ਼ਨ ਦੀਆਂ ਜਾਂ ਸਥਾਨਕ ਸਰਕਾਰਾਂ ਕਰਾਉਣੀਆਂ ਹੋਣ, ਉਦੋਂ ਤੱਕ ਕਰੋਨਾ ਹੈ ਨਹੀਂ। ਜੇਕਰ ਤੁਹਾਡਾ ਕੋਈ ਪਰਸਨਲ ਫੰਕਸ਼ਨ ਹੋਵੇ ਜਿਹੜਾ ਕਿਤੇ ਵੀ ਹੋ ਸਕਦਾ ਹੈ, ਅਸੀਂ ਜਾਣਦੇ ਹਾਂ, ਤੁਹਾਨੂੰ ਸਮਝ ਹੀ ਚੁੱਕੇ ਹੋਗੇ ਮੈਂ ਕੀ ਕਹਿਣਾ ਚਾਹੁੰਦਾ ਵਾਂ, ਉਦੋਂ ਕਰੋਨਾ ਨਹੀਂ ਹੈਗਾ। ਜਦੋਂ ਕਾਂਗਰਸ ਦੇ ਲੀਡਰ ਜਾ ਕੇ ਵੈਸਟ ਬੰਗਾਲ ਦੇ ਵਿੱਚ ਪ੍ਰਚਾਰ ਕਰਦੇ ਨੇ, ਉਦੋਂ ਕਰੋਨਾ ਨਹੀਂ ਹੈਗਾ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪਣੀਆਂ 2 ਵੱਡੀਆਂ ਰੈਲੀਆਂ ਕਰਦੇ ਨੇ, ਉਦੋਂ ਕਰੋਨਾ ਨਹੀਂ ਹੈਗਾ। ਔਰ ਜਿਸ ਤਰੀਕੇ ਨਾਲ ਇਹਨਾਂ ਦੋਹਾਂ ਪਾਰਟੀਆਂ ਨੇ, ਕਿਉਂਕਿ ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ, ਜਿਹੜਾ ਇਹਨਾਂ ਦਾ IT ਵਿੰਗ ਹੈਗਾ, ਇੱਕ ਦਿਨ ਪਹਿਲਾਂ ਜਿਸ ਤਰੀਕੇ ਨਾਲ ਭੰਬਲ ਭੁੱਸੇ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ,
ਜਿਸ ਤਰੀਕੇ ਨਾਲ ਕਨਫਿਊਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਇਹ ਪ੍ਰਚਾਰਿਆ ਗਿਆ ਕਿ ਇਹ ਰੈਲੀ ਕੈਂਸਲ ਹੋ ਗਈ, ਔਰ ਜਿਸ ਤਰੀਕੇ ਨਾਲ ਕਾਂਗਰਸ ਦੀ ਸਰਕਾਰ ਨੇ ਕਰੋਨਾ ਦੀ ਆੜ ਦੇ ਥੱਲੇ ਭੰਡੀ ਪ੍ਰਚਾਰ ਕੀਤਾ, ਪਰ ਉਸ ਦੇ ਬਾਵਜੂਦ ਜਿਸ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆ ਕੇ ਉਸ ਰੈਲੀ ਨੂੰ ਸਫਲ ਬਣਾਇਆ, ਉਹ ਰੈਲੀ ਦੇ ਸਫਲ ਹੋਣ ਦੇ ਨਾਲ ਇਹਨਾਂ ਦੀ ਰਾਤਾਂ ਦੀ ਨੀਂਦ ਉੱਡਣੀ ਤਾਂ ਲਾਜ਼ਮੀ ਹੈਗੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਹੈ। ਔਰ ਇਹ ਰੈਲੀ ਵਾਕਈ ਜਿਹੜਾ ਹੈਗਾ, ਜਿਹੜੀ ਤੁਸੀਂ ਤੀਜੀ ਧਿਰ ਦੀ ਗੱਲ ਕਰਦੇ ਹੋ, ਤੀਜੀ ਧਿਰ ਨਹੀਂ ਦੂਜੀ ਧਿਰ ਦੀ ਗੱਲ ਕਰੋ, ਕਿਉਂਕਿ ਜਿਹੜਾ ਸਾਡਾ ਕੰਪੀਟੀਸ਼ਨ ਹੋਣਾ ਉਹ ਕਾਂਗਰਸ ਦੇ ਨਾਲ ਹੀ ਹੋਣਾ ਹੈਗਾ। ਇੱਕ ਸਰਵੇ ਵੀ ਜਿਹੜਾ ਹੈ ਉਹ ਸਰਵੇ ਨੇ ਵੀ ਇਹ ਦੱਸ ਦਿੱਤਾ ਹੈਗਾ। ਤੇ ਇਸ ਕਰਕੇ ਜਿਹੜੀ ਦੂਜੀ ਧਿਰ ਦੀ ਇਹ ਰੈਲੀ ਸੀ, ਵੱਡੀ ਰੈਲੀ ਸੀ, ਔਰ ਉਹ ਰੈਲੀ ਹੋਈ ਵੀ ਉਸ ਵਕਤ ਹੈਗੀ ਹੈ ਜਦੋਂ ਇੰਨਾ ਵੱਡੇ ਪੱਧਰ ਦੇ ਉੱਤੇ ਭੰਡੀ ਪ੍ਰਚਾਰ ਜਿਹੜਾ ਉਹ ਹੋ ਰਿਹਾ ਹੈਗਾ ਸੀ। ਔਰ ਜਿੱਥੋਂ ਤੱਕ ਮੁੱਖ ਮੰਤਰੀ ਦੇ ਚਿਹਰੇ ਦਾ ਸਵਾਲ ਹੈਗਾ, ਇਹਨਾਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੇ ਲੀਡਰ, ਸਾਡੀ ਕੇਂਦਰੀ ਲੀਡਰਸ਼ਿਪ, ਸਾਡੀ ਸਟੇਟ ਲੀਡਰਸ਼ਿਪ ਹਮੇਸ਼ਾ ਬਾਰ-ਬਾਰ ਜਾਨੀ ਕਿ ਇਹ ਚੀਜ਼ ਨੂੰ ਕਲੈਰੀਫਾਈ ਕਰ ਚੁੱਕੀ ਹੈਗੀ ਹੈ। ਅਸੀਂ ਵਕਤ ਆਉਣ ਤੇ ਆਪਣਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਬਿਲਕੁਲ ਅਨਾਉਂਸ ਕਰਾਂਗੇ, ਔਰ ਇਹਨਾਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਕੇ ਹੀ ਜਾਵਾਂਗੇ। ਓਕੇ, ਥੈਂਕ ਯੂ ਵੈਰੀ ਮਚ। ਤੁਹਾਡੀ ਗੱਲ ਆ ਗਈ ਗਰਗ ਸਾਹਿਬ। ਮੈਂ ਫੇਰ ਆਣਾ ਵਾਪਸ, ਜਿਹੜਾ ਕਾਫੀ ਦੇਰ ਤੇ ਇੰਤਜ਼ਾਰ ਕਰ ਰਿਹਾ ਹੈ ਦੀਪਾ ਜੀ। ਦੀਪਾ ਜੀ, ਗਰਗ ਸਾਹਿਬ ਨੇ ਕਿਹਾ ਕਿ ਵੱਡੀ ਰੈਲੀ ਉਹਨਾਂ ਨੇ ਮੁਬਾਰਕ ਦਿੱਤੀ ਹੈ ਪੰਜਾਬੀਆਂ ਨੂੰ। ਮੁਬਾਰਕਬਾਦ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਚਾਹੇ ਅਕਾਲੀ ਦਲ ਕਰੇ, ਕਾਂਗਰਸ ਕਰੇ, ਉਦੋਂ ਤੱਕ ਕਰੋਨਾ ਨਜ਼ਰ ਨਹੀਂ ਆਇਆ। ਸਾਡੇ ਵਾਰੀ ਜਾਣਬੁੱਝ ਕੇ ਭੰਬਲ ਭੂਸਾ ਪੈਦਾ ਕੀਤਾ ਗਿਆ। ਚਿੰਤਾ ਨਾ ਕਰੋ, ਕਹਿੰਦੇ ਮੁੱਖ ਮੰਤਰੀ ਦਾ ਚਿਹਰਾ ਵੀ ਆਏਗਾ ਸਾਹਮਣੇ। ਸਿੱਧੂ ਸਾਹਿਬ, ਇਹ ਠੀਕ ਹੈ, ਗਰਗ ਸਾਹਿਬ ਨੇ ਕਿਹਾ ਸਾਰੇ ਪੰਜਾਬ ਦਾ ਧੰਨਵਾਦ ਕੀਤਾ। ਇੱਥੋਂ ਇਹ ਤਾਂ ਗੱਲ ਕਲੀਅਰ ਹੈ ਕਿ ਇਹਨਾਂ ਦੀ ਰੈਲੀ ਸਾਰੇ ਪੰਜਾਬ ਦੀ ਸੀ। ਜੇ ਕਹਿੰਦੇ ਲੱਖਾਂ ਦਾ ਇਕੱਠ ਸੀ ਤਾਂ ਪਿੱਛੇ ਮੈਂ ਯਾਦ ਕਰਾਵਾਂ, ਕੋਈ ਹਫ਼ਤੇ 10 ਦਿਨ ਪਹਿਲਾਂ ਖੇਮਕਰਨ ਜੋ ਰੈਲੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ, ਉਹ ਇੱਕ ਹਲਕੇ ਦਾ ਹੀ ਇਕੱਠ ਸੀ। ਅਸੀਂ ਖੇਮਕਰਨ ਦੇ ਲੋਕਾਂ ਨੂੰ, ਸਾਡੇ ਅਕਾਲੀ ਵਰਕਰਾਂ ਨੂੰ ਉੱਥੇ ਧੰਨਵਾਦ ਕੀਤਾ ਸੀ ਕਿ ਉਹ ਇਹਨਾਂ ਅਸੀਂ ਤਾਂ ਹਜ਼ਾਰਾਂ ਦੀ ਤਾਦਾਦ 'ਚ ਕਿਹਾ ਸੀ ਵੀ ਤੁਸੀਂ ਆਏ ਹੋ, ਪਰ ਜੇ ਇਹ ਆਪਦੇ ਲੱਖਾਂ ਦੀ ਕਹਿੰਦੇ ਤੇ ਉਹ ਵੀ ਲੱਖਾਂ ਦੀ ਹੀ ਤਾਦਾਦ 'ਚ ਆਏ ਸੀ। ਉਸ ਤੋਂ ਵੱਡੀ ਇਹਨਾਂ ਦੀ ਬਾਘਾ ਪੁਰਾਣੀ ਰੈਲੀ ਤੋਂ ਵੱਡੀ ਰੈਲੀ ਸੀ ਉਹ, ਜਿੱਥੋਂ ਤੱਕ ਰੈਲੀ ਦੀ ਗੱਲ ਕਰੀਏ। ਬਾਕੀ ਠੀਕ ਹੈ, ਜਿਵੇਂ ਪਹਿਲਾਂ ਵੀ ਕਿਹਾ ਕਿ ਕੇਜਰੀਵਾਲ ਸਾਹਿਬ ਆਏ, ਇਹ ਜਿਹੜੀ ਰੈਲੀ ਬਿਲਕੁਲ ਜਿਵੇਂ ਸੁਹੈਜ ਸਾਹਿਬ ਨੇ ਵੀ ਕਿਹਾ ਵੀ ਕਿਸਾਨਾਂ ਦਾ ਨਾਂ ਲੈ ਕੇ, ਕਿਸਾਨ ਮਹਾਪੰਚਾਇਤ ਦਾ ਨਾਂ ਲੈ ਕੇ ਇਹਨਾਂ ਨੇ ਜਿਹੜੀ ਬਰਾਬਰ ਦੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਬਰਾਬਰ ਦੀ ਅਸੀਂ ਰੈਲੀ ਕਰੀਏ, ਕਿਸਾਨਾਂ ਦਾ ਨਾਂ ਰਹਿ ਕੇ ਉਹ ਕਿਧਰੇ ਨਾ ਕਿਧਰੇ ਜਿਹੜੀ ਇੱਕ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਉਹਨੂੰ ਪਿੱਛੇ ਪਾਉਣ ਦੀ ਗੱਲ ਹੈ। ਨਾ ਉਹਨਾਂ ਦਾ ਲੈ ਕੇ ਗੱਲ ਸਾਰੀ ਉੱਥੇ ਪੋਲੀਟੀਕਲ ਹੋਈ ਹੈ, ਔਰ ਪੋਲੀਟੀਕਲ ਗੱਲ ਸਿਆਸੀ ਗੱਲ ਹੋਣੀ ਵੀ ਚਾਹੀਦੀ ਹੈ। ਸਿਆਸੀ ਪਾਰਟੀਆਂ ਇਲੈਕਸ਼ਨ ਈਅਰ ਹੈ, ਪਰ ਇਹ ਕੋਈ ਮਹਾਪੰਚਾਇਤ ਜਾਂ ਕਿਸਾਨਾਂ ਦੀ ਦੁੱਖ ਵੰਡਾਉਣ ਵਾਸਤੇ ਜਾਂ ਉਹਨਾਂ ਦੇ ਨਾਲ ਖੜੇ ਹੋਣ ਦੀ ਰੈਲੀ ਨਹੀਂ ਸੀ। ਇਹ ਤਾਂ ਉਹ ਸੀ ਕਿ ਜਿਹੜਾ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪਿਛਲੇ 5 ਸਾਲ ਪਹਿਲਾਂ ਪਿਛੜ ਗਈ ਸੀ ਝੂਠੇ ਵਾਅਦੇ ਕਰਨ ਤੋਂ, ਲਾਰੇ ਲਾਉਣ ਤੋਂ, ਜਿੰਦੇ 'ਚ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਵਾਲੇ ਪ੍ਰਸ਼ਾਂਤ ਕਿਸ਼ੋਰ ਦੇ ਇਸ਼ਾਰਿਆਂ ਤੇ ਉਹਨਾਂ ਦੀ ਸਲਾਹ ਨਾਲ ਅੱਗੇ ਨਿਕਲ ਗਏ ਸੀ। ਐਕਟੀ ਆਪ ਵਾਲੇ ਕੇਜਰੀਵਾਲ ਪਿੱਛੇ ਨਹੀਂ ਰਹਿਣਾ ਚਾਹੁੰਦੇ ਸੀ। ਇਸ ਵਾਸਤੇ 8 ਮਹੀਨੇ ਪਹਿਲਾਂ ਹੀ ਉਹਨਾਂ ਨੇ ਉਹ ਝੂਠੇ ਲਾਰੇ ਵਾਅਦੇ कहने शुरू करते ताकि असी एक्टिव पिछड़ ना जाइए, कांग्रेस फिर नंबर ना ले जाए, क्योंकि पिछले बारी जो कैप्टन अमरिंदर सिंह झूठी सौ खा के गुटका साहब की सरकार बना गई सी, एक्टिव केजरीवाल साहब लगता पिछे नहीं रहना चाहते। एक्टिव तां ही उन्होंने ਉਹ ਕਾਰਡ ਦੀ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ, ਕਿ ਨੌਕਰੀਆਂ ਜਿਹੜੀਆਂ 20 ਲੱਖ ਦਾ ਵਾਅਦਾ ਕੀਤਾ ਸੀ ਸੰਭਾਲ ਕੇ ਰੱਖਿਆ ਜੇ, ਅਸੀਂ 20 ਲੱਖ ਨੌਕਰੀਆਂ ਦਵਾਂਗੇ ਪੰਜਾਬ ਦੇ ਲੋਕਾਂ ਨੂੰ। ਜੋ ਵਾਅਦੇ ਪਿਛਲੀ ਵਾਰੀ ਝੂਠੇ ਕੈਪਟਨ ਅਮਰਿੰਦਰ ਸਿੰਘ ਕਰਦਾ ਰਿਹਾ, ਇੱਕ ਬੜੇ ਸੋਹਣੇ ਟਾਈਮ ਤੇ ਬੜੇ ਐਡਵਾਂਸ ਦੇ ਵਿੱਚ ਕੇਜਰੀਵਾਲ ਨੇ ਕੀਤੇ ਇਸ ਰੈਲੀ ਵਿੱਚ। ਇਸ ਤੋਂ ਵੱਧ ਇਹ ਰੈਲੀ ਕੁਝ ਵੀ ਨਹੀਂ, ਔਰ ਸਾਰੇ ਪੰਜਾਬ ਚੋਂ ਕਿੰਨੇ ਕੁ ਹਜ਼ਾਰ ਲੋਕ ਇਕੱਠੇ ਹੋਏ ਆ ਇਹ ਉਸ 'ਚ ਦੱਸਦੇ ਆ। ਬਾਕੀ ਸਰਵੇ ਦੀ ਗੱਲ ਕਰੀਏ, ਸਰਵੇ ਤਾਂ ਨੀਲ ਗਰਗ ਜੀ ਪਿਛਲੀ 5 ਸਾਲ ਪਹਿਲਾਂ ਵੀ ਆਇਆ ਸੀਗਾ, 100 ਸੀਟਾਂ ਦਾ ਸਰਵੇ ਸੀ। ਉਹ ਸਰਵੇ ਵੀ ਸੀ ਵੋਟਰ ਵਾਲੀ ਉਹ ਜਿਹੜੀ ਤੁਹਾਡੀ ਏਜੰਸੀ ਹੈ ਉਹਨੇ ਕੀਤਾ ਸੀ। ਔਰ ਵਾਕਿਆ ਹੀ ਉਦੋਂ ਜਿਹੜਾ ਮਾਘੀ ਦੇ ਮੇਲੇ ਤੇ ਇਕੱਠ ਸੀਗਾ, ਉਹ ਇਕੱਠ ਬਹੁਤ ਵੱਡਾ ਇਕੱਠ ਸੀਗਾ, ਇਸ ਗੱਲ ਨੂੰ ਅਸੀਂ ਮੰਨਦੇ ਹਾਂ। ਔਰ ਉਦੋਂ ਜਿਹੜਾ ਜਜ਼ਬਾ ਸੀ ਆਮ ਲੋਕਾਂ 'ਚ, ਜਿਵੇਂ ਆਮ ਮੁਹਾਰੇ ਆਪ ਮੁਹਾਰੇ ਲੋਕ ਗਏ ਸੀ ਆਪਦੀਆਂ ਬੱਸਾਂ ਕਰਕੇ 200-200 400-400 ਰੁਪਇਆ ਪਾ ਕੇ, ਉਹ ਤਾਂ ਗੱਲ ਹੁਣ ਕਿੱਥੇ ਵੀ ਨਹੀਂ ਸੀ। ਹੁਣ ਤਾਂ ਜਿੰਨੇ ਇਹਨਾਂ ਦੇ 117 ਸੀਟਾਂ ਤੋਂ ਜਾਂ ਜੋ 100 ਸੀਟਾਂ ਲੜਨੀਆਂ ਜਾਂ 80 ਲੜਨੀਆਂ ਇਹਨਾਂ ਨੇ, ਉੱਥੋਂ 2-2 3-3 ਕੈਂਡੀਡੇਟ ਹੋ ਜਾਂਦੇ ਆ। ਜਦੋਂ ਰਾਜਨੀਤੀ ਜਦੋਂ ਇਲੈਕਸ਼ਨ ਆਵੇ ਉਹਨਾਂ ਦਾ ਲੱਖਾਂ ਰੁਪਏ ਲਵਾ ਕੇ ਤੁਸੀਂ ਇਕੱਠ ਕਰ ਲਿਆ। ਸੋ ਉਹ ਗੱਲਾਂ ਬਾਤਾਂ ਨਹੀਂ ਰਹਿ ਗਈਆਂ, ਕਿਉਂਕਿ ਤੁਹਾਡੀ ਲੋਕ ਤੁਹਾਨੂੰ ਨਹੀਂ ਰਹੇ, ਉਹ ਗੱਲਾਂ ਨਹੀਂ ਹੈਗੀਆਂ। ਇਹ ਸਰਵੇ ਸੁਰਵੇ ਤਾਂ ਬੜੇ ਕਰਾਣੇ ਹੁੰਦੇ ਆ, ਬੜੇ
ਟਾਈਮਿੰਗਲੀ ਸਰਵੇ ਕਰਾਇਆ ਕਿ 2 ਦਿਨ ਪਹਿਲਾਂ ਸਰਵੇ ਕਰਾ ਕੇ ਲੋਕਾਂ ਦੇ ਵਿੱਚ ਆਪਣੇ Thank you. ਵਰਕਰਾਂ ਦੇ ਵਿੱਚ ਜਿਹੜੇ ਕੈਂਡੀਡੇਟ ਬਣੇ ਆ ਉਹਨਾਂ 'ਚ ਹੌਸਲਾ ਹੋ ਜੇ ਕਿ ਲੱਖ 2-2 4 Thank you ਦੀਪਾ ਜੀ, ਬਿਲਕੁਲ ਮਿਹਰਬਾਨੀ। ਤਾਂ ਕਿ ਰੈਲੀ ਕਾਮਯਾਬ ਹੋ ਜੇ ਔਰ ਰੈਲੀ ਕਾਮਯਾਬ ਹੋ ਜੇ ਜੀ, ਜੀ। ਹੌਸਲੇ ਨਾਲ Thank you ਦੀਪਾ ਜੀ, ਤੁਹਾਡੀ ਗੱਲ ਆ ਗਈ, ਮਿਹਰਬਾਨੀ। ਸਾਡੀ ਸਰਕਾਰ ਆ ਰਹੀ ਹੈ, ਹੋਰ ਤੋਂ ਵੱਧ ਐਸਾ Thank you, thank you। ਨਿਕਲਿਆ। ਓਕੇ, ਥੈਂਕ ਯੂ ਸਵੈ ਸਾਹਿਬ। ਸਵੈ ਜੀ ਗਰਗ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਰੈਲੀ ਦੇ ਬਾਰੇ ਭੰਬਲ ਭੁੱਸਾ ਦਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰੈਲੀ ਨੇ ਜਿਹੜਾ ਸੁਨੇਹਾ ਦਿੱਤਾ ਜਿਹਦੇ ਬਾਰੇ ਦੀਪਾ ਜੀ ਵੀ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਨੇ ਜਿਹੜੇ ਵਾਅਦੇ ਚੇਤੇ ਕਰੇ ਸੀ ਉਹ ਵੀ ਉੱਥੇ ਚੇਤੇ ਕਰਾਏ ਗਏ, ਜਿਨ੍ਹਾਂ 'ਚ ਰੁਜ਼ਗਾਰ ਦੀ ਗੱਲ ਹੈ, ਬੇਅਦਬੀ ਦੀ ਗੱਲ ਹੈ, ਇਹ ਸਾਰੇ ਮੁੱਦਿਆਂ ਤੇ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪੰਜਾਬੀਆਂ ਨੂੰ ਬਹੁਤ ਵੱਡਾ ਝੂਠ ਬੋਲਿਆ ਗਿਆ ਕੈਪਟਨ ਅਮਰਿੰਦਰ ਵੱਲੋਂ, ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਚੇਤੇ ਕਰਾਇਆ। ਉਹ ਕਹਿੰਦੇ ਅਸੀਂ ਆਵਾਂਗੇ, ਅਸੀਂ ਪੂਰੇ ਕਰਾਂਗੇ ਵਾਅਦੇ। 100 ਸੀਟਾਂ ਦੀ ਗੱਲ ਤਾਂ ਉਹ ਕਰ ਹੀ ਰਹੇ ਹੈ। ਜੀ ਸਵੈ ਜੀ। ਦੇਖੋ, ਖੁਸ਼ਕਿਸਮਤੀ 'ਚ ਰਹਿਣਾ ਬੜੀ ਅੱਛੀ ਗੱਲ ਹੁੰਦੀ ਹੈ ਜੀ। ਜੇ ਬੰਦੇ ਦਾ ਉਮੀਦ ਛੱਡ ਦੇ ਨਾ ਜੀ, ਫਿਰ ਉਹ ਜੀਣਾ ਔਖਾ ਹੋ ਜਾਂਦਾ ਹੈ। ਲੇਕਿਨ ਜਿੰਨਾ ਕਿ ਮੈਂ ਮੈਥਮੈਟਿਕਸ ਪੜ੍ਹਿਆ, ਤੁਸੀਂ ਵੀ ਮੈਥਮੈਟਿਕਸ ਤੁਸੀਂ ਮਾਹਰ ਹੋ। ਖੈਰ ਆ ਨੀਲ ਜੀ ਵੀ ਬਹੁਤ ਮਾਹਰ ਨੇ, ਦੀਪਾ ਜੀ ਵੀ ਮੇਰੇ ਨਾਲੋਂ ਜ਼ਿਆਦਾ ਮੈਥ ਜਾਣਦੇ ਨੇ। ਉਹ ਤੁਸੀਂ ਇਹਨਾਂ ਨੇ ਗੱਲ ਕੀਤੀ ਮਾਘੀ ਮੇਲੇ ਵਾਲੀ ਪਹਿਲਾਂ ਨਾ ਜੀ ਜਿਹੜੀ ਰੈਲੀ ਸੀਗੀ, ਤੇ ਉਹ ਜਦੋਂ ਰੈਲੀ ਐਡੀ ਵੱਡੀ ਹੋਈ ਸੀ ਉਹਦੀਆਂ ਸੀਟਾਂ ਕਿੰਨੀਆਂ ਆਈਆਂ ਸੀ ਨੀਲ ਜੀ? ਤੁਹਾਡੀਆਂ 15 ਜਾਂ 20 ਕਿੰਨੀਆਂ 18 19 20 ਸੀਟਾਂ ਸੀ ਨਾ ਪਿਛਲੀ ਵਾਰੀ। ਤੁਸੀਂ ਉਹ ਘਟਾ ਲਓ ਹੁਣ, ਜਿੰਨਾ ਉਹਦਾ ਜਿਹੜਾ ਹੁਣ ਦੀ ਰੈਲੀ ਦਾ ਇਕੱਠ ਜਿੰਨਾ ਘਟਿਆ ਹੋਇਆ ਅਨੁਪਾਤ, ਉਹ ਪ੍ਰਪੋਰਸ਼ਨੇਟਲੀ ਮੈਥਮੈਟਿਕਸ ਦਾ ਫਾਰਮੂਲਾ ਲਾ ਕੇ ਤਾਂ ਤੁਹਾਡੀਆਂ ਮੇਰੇ ਖਿਆਲ 10-11 ਸੀਟਾਂ ਰਹਿ ਜਾਣਗੀਆਂ। ਹਿਸਾਬ ਨਾਲ ਆਉਂਦਾ, ਇਹ ਕਰਕੇ ਦੇਖ ਲਓ। ਏਦਾਂ ਤੁਸੀਂ ਜਿਹੜੇ ਰੈਲੀ ਨਾਲ ਖੁਸ਼ ਹੋ ਰਹੇ ਹੋ ਨਾ, ਇਹ ਹੁੰਦਾ ਰੈਲੀਆਂ ਦਾ। ਏਦਾਂ ਤੁਸੀਂ ਪੰਜਾਬ ਨੂੰ ਤਾਂ ਤੁਹਾਡੇ ਨਾਲ ਚੱਲਣ ਦੀ ਪੰਜਾਬ ਤੁਸੀਂ ਉਮੀਦ ਕਰ ਸਕਦੇ ਹੋ। ਤੁਸੀਂ ਪੰਜਾਬ ਨੂੰ ਕੋਈ ਰੋਡ ਮੈਪ ਤਾਂ ਦਿਓ, ਕੋਈ ਪਾਲਿਸੀ ਤਾਂ ਦਿਓ ਕਿ ਅਸੀਂ ਆਹ ਕਰਾਂਗੇ। ਤੁਸੀਂ ਆਹ ਜਿਹੜਾ ਬਹਾਨਾ ਜਿਹਾ ਕੀਤਾ ਨਾ ਕੱਲ ਕਾਰਡ ਦਿਖਾ ਕੇ ਜੀ, ਆਹ ਕਾਰਡ ਅਸੀਂ ਇਹਨਾਂ ਨੇ ਕਾਂਗਰਸੀਆਂ ਨੇ ਕਿਹਾ ਸੀਗਾ ਆਹ ਕਾਰਡ ਦਿੱਤੇ ਸੀ, ਨੌਕਰੀਆਂ ਨਹੀਂ ਦਿੱਤੀਆਂ ਹੈਗੀਆਂ। ਕੈਪਟਨ ਅਮਰਿੰਦਰ ਦੇ ਕਾਰਡ ਉਹਨਾਂ ਨੇ ਦਿਖਾਏ ਹੈ, ਕੈਪਟਨ ਅਮਰਿੰਦਰ ਦੇ ਕਾਰਡ ਦਿਖਾਏ ਹੈ। ਜੀ ਉਹ ਤਾਂ ਤੁਸੀਂ ਦਿੱਲੀ ਦੇ ਵਿੱਚ ਵੀ ਵਾਅਦੇ ਕੀਤੇ ਸੀਗੇ ਕਿ ਅਸੀਂ 5 ਲੱਖ ਨੌਕਰੀਆਂ ਦੇਵਾਂਗੇ। ਗਣਾਓ ਜਰਾ ਕਿੰਨੀਆਂ ਨੌਕਰੀਆਂ ਤੁਸੀਂ ਦਿੱਤੀਆਂ ਦਿੱਲੀ ਦੇ ਵਿੱਚ, ਤੁਸੀਂ ਦੱਸੋਗੇ ਜਰਾ? ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ, ਪੰਜਾਬ ਨੂੰ ਰੋਡ ਮੈਪ ਦੀ ਲੋੜ ਹੈਗੀ ਹੈ। ਪੰਜਾਬ ਖੇਤੀ ਦੇ ਸੈਕਟਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਉਲਝਿਆ ਪਿਆ ਹੈਗਾ। ਉੱਤੇ ਉੱਤੋਂ ਕਾਲੇ ਕਾਨੂੰਨ ਆ ਗਏ। ਕੇਜਰੀਵਾਲ ਜੀ ਤਾਂ ਉੱਥੇ ਇਹ ਵੀ ਕਿਹਾ ਕਿ ਮੈਂ ਦੇਖੋ ਜੀ ਮੈਂ ਜਿਹੜਾ ਨਹੀਂ ਬਣ ਦਿੱਤੀਆਂ, ਜਿਹੜੇ ਉੱਥੇ ਕਿਹੜਾ ਸੀਗਾ ਮੈਦਾਨ, ਉਸ ਮੈਦਾਨ ਦੇ ਜਿੱਥੇ ਉਹ ਨਾਮਧਾਰੀਆਂ ਦਾ ਕਿਹੜਾ ਹੁੰਦਾ, ਹਾਂਜੀ ਕਿਹੜੇ ਨੇ ਸੈਕਟਰੀ ਦਾ, ਹਾਂਜੀ ਬਰਾੜੀ ਦੇ ਮੈਦਾਨ ਨੂੰ ਅਸੀਂ ਜੇਲ੍ਹ 'ਚ ਨਹੀਂ ਬਣ ਦਿੱਤਾ। ਤੁਸੀਂ ਇਹ ਗੱਲ ਕਰਕੇ ਵੱਡੇ ਪੰਜਾਬ ਦੇ ਨਾਲ ਜਿਹੜਾ ਝੂਠ ਬੋਲਿਆ। ਲੇਕਿਨ ਇਹ ਤਾਂ ਦੱਸੋ, ਜੇਲ੍ਹਾਂ ਦਾ ਮਹਿਕਮਾ ਕੇਜਰੀਵਾਲ ਦੇ ਅੰਡਰ ਹੈਗਾ, ਤਿਹਾੜ ਜੇਲ੍ਹ ਤੁਹਾਡੇ ਅੰਡਰ ਹੈ। ਅੱਜ ਰਣਜੀਤ ਸਿੰਘ ਨੇ ਰੋ ਕੇ ਦੱਸਿਆ ਕਿ ਮੈਨੂੰ ਉੱਥੇ ਕਿੰਨਾ ਤਸ਼ੱਦਦ ਕੀਤਾ ਗਿਆ, ਤੇ ਹੋਰ ਜਿਹੜੇ ਨੌਜਵਾਨ ਜਿਹੜੇ ਉੱਥੇ ਫੜੇ ਗਏ ਸੀਗੇ 26 ਤੋਂ ਬਾਅਦ 29-30 ਤੱਕ, ਉਹਨਾਂ ਤੇ ਤਸ਼ੱਦਦ ਹੋਇਆ ਜੇਲ੍ਹ ਦੇ ਅੰਦਰ, ਤਿਹਾੜ ਜੇਲ੍ਹ 'ਚ, ਜਿਹੜੀ ਕੇਜਰੀਵਾਲ ਦੇ ਅੰਡਰ ਹੈਗੀ ਸੀ, ਅੱਜ ਵੀ ਉਹਨਾਂ ਦੇ ਅੰਡਰ ਹੈਗੀ ਹੈ। ਤੁਸੀਂ ਉਹ ਗੱਲ ਕਿਉਂ ਨਹੀਂ ਕਰਦੇ? ਦੱਸੋ, ਹੈ ਤੁਹਾਡੇ ਕੋਲ ਜਵਾਬ? ਤੁਸੀਂ ਕਹਿੰਦੇ ਅਸੀਂ ਕਿਸਾਨਾਂ ਦੇ ਹਤੈਸ਼ੀ ਹਾਂ। ਤੁਸੀਂ ਕਿੱਧਰੋਂ ਹਤੈਸ਼ੀ ਕਿਸਾਨਾਂ ਦੇ? ਤੁਸੀਂ ਦੱਸੋਗੇ ਕਿ ਪਿਛਲੀ ਕਣਕ ਦੀ ਜਿਹੜੀ ਮਈ ਦੇ ਵਿੱਚ ਜਦੋਂ ਕਣਕ ਦਾ ਸੀਜ਼ਨ ਆਇਆ ਸੀ ਦਿੱਲੀ ਦੇ ਵਿੱਚ, ਤੁਸੀਂ ਉੱਥੇ ਤੁਹਾਡਾ ਜਿਹੜਾ MSP ਸੈਂਟਰ ਦਾ MSP 1925 ਰੁਪਏ ਸੀਗਾ। ਤੁਹਾਡੀ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਕਣਕ ਵਿਕੀ ਹੈਗੀ ਹੈ 1650 ਤੋਂ ਲੈ ਕੇ 1750 ਰੁਪਏ ਤੱਕ, 250 ਲੈ ਕੇ 300। ਮੇਰੇ ਕੋਲ ਅੰਕੜੇ ਦਿਖਾ ਦਿਓ, ਤੁਸੀਂ ਦਿਖਾ ਦਿਓ ਜੇ ਗਲਤ ਵੱਧ ਵਿਕੀ ਹੋਵੇ ਤਾਂ। ਪੰਜਾਬ ਨੇ ਕਣਕ ਖਰੀਦੀ ਹੈਗੀ ਹੈ 135 ਲੱਖ ਮੀਟ੍ਰਿਕ ਟਨ, ਤੇ ਖਰੀਦਿਆ ਕਿੱਥੇ, ਕਿਸ ਰੇਟ ਤੇ ਹੈ? 1925 ਜੋ MSP ਤੇ। ਇੱਕ ਵੀ ਦਾਣਾ ਅਸੀਂ ਘੱਟ MSP ਘੱਟ ਨਹੀਂ ਖਰੀਦਿਆ ਹੈਗਾ। ਤੁਸੀਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕਿਹੜੇ ਤੁਸੀਂ ਸਬਜ਼ ਬਾਗ ਦਿਖਾ ਰਹੇ ਹੋ? ਵੀ ਦੱਸੋਗੇ ਜਿਹੜਾ ਹੈ ਤੁਹਾਡੇ ਕੋਲ ਜਵਾਬ ਕੋਈ? ਆਪਾਂ ਸਵੈ ਜੀ ਜਵਾਬ ਲੈਣੇ ਆ। ਥੈਂਕ ਯੂ ਵੈਰੀ ਮਚ। ਗਰਗ ਸਾਹਿਬ, ਤੁਸੀਂ ਸਵੈ ਜੀ ਦੇ ਕਮੈਂਟ ਸੁਣੇ ਹੀ ਹੈ। ਉਹਨਾਂ ਨੇ ਕਿਹਾ ਜੇ ਰੈਲੀ ਦਾ ਅਨੁਪਾਤ ਗਿਣਦੇ ਆ ਤਾਂ ਜਿਹੜੀਆਂ ਹੈਗੀਆਂ ਐਤਕੀ ਤਾਂ ਫਿਰ 20 ਸੀਟਾਂ ਵੀ ਨਹੀਂ ਆਉਣੀਆਂ। ਦੂਜਾ ਕਹਿੰਦੇ ਕੇਜਰੀਵਾਲ ਜੀ ਕਹਿ ਰਿਹਾ ਕਿਸਾਨੀ ਮੁੱਦਿਆਂ ਦੀ ਗੱਲ, ਕਿਸ ਤਰੀਕੇ ਨਾਲ ਜੇਲ੍ਹਾਂ 'ਚ ਤਸ਼ੱਦਦ ਹੋ ਰਿਹਾ ਤੇ ਕੀ ਆ ਕਿਸਾਨਾਂ ਦੇ ਹਤੈਸ਼ੀ ਇਹਦੇ ਤੇ ਕੀਤੇ ਉਹਨਾਂ ਨੇ ਹਮਲੇ ਇਸ ਮੁੱਦੇ ਨੂੰ ਲੈ ਕੇ। ਸਿੱਧੂ ਸਾਹਿਬ, ਮੈਨੂੰ ਪੂਰੀ ਹਮਦਰਦੀ ਹੈ ਸਵਾਜ ਸਾਹਿਬ ਨਾਲ, ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਫਰਸਟ੍ਰੇਸ਼ਨ ਝਲਕ ਰਹੀ ਹੈ ਉਹ ਹੋਣੀ ਲਾਜ਼ਮੀ ਵੀ ਹੈ, ਕੋਈ ਖਾਸ ਗੱਲ ਨਹੀਂ, ਸੁਭਾਵਿਕ ਹੈ। ਮੈਂ ਇਹਨਾਂ ਦੇ ਨਾਲ ਬੜੀ ਹਮਦਰਦੀ ਪ੍ਰਗਟ ਕਰਦਾ ਹੈਗਾ। ਔਰ ਕੱਲ ਦੀ ਰੈਲੀ ਦੇ ਵਿੱਚ ਵੀ ਇਹਨਾਂ ਨੇ ਪੂਰਾ ਪ੍ਰਸ਼ਾਸਨ ਆਪਣਾ ਝੋਕਤਾ ਸੀ ਰੈਲੀ ਨੂੰ ਰੋਕਣ ਵਾਸਤੇ, ਰੈਲੀ ਨੂੰ ਫੇਲ ਕਰਨ ਵਾਸਤੇ, ਪਰ ਉਹ ਕਾਮਯਾਬ ਨਹੀਂ ਹੁੰਦੇ ਔਰ ਇਹੋ ਜਿਹੇ ਦਰਿਆਵਾਂ ਨੂੰ ਨੱਕੇ ਲੱਗਦੇ ਵੀ ਨਹੀਂ ਹੁੰਦੇ। ਔਰ ਜਿੱਥੋਂ ਤੱਕ ਗੱਲ ਰਹੀ ਰੋਡ ਮੈਪ ਦੀ, ਕੱਲ ਬਿਲਕੁਲ ਰੋਡ ਮੈਪ ਦਿੱਤਾ ਔਰ ਲੋਕਾਂ ਨੇ ਪੂਰੇ ਹੁੰਗਾਰੇ ਦੇ ਨਾਲ
ਲੋਕਾਂ ਨੇ ਦੱਸਿਆ, ਜਦੋਂ ਅਸੀਂ ਉੱਥੋਂ ਦੱਸਿਆ ਜਾਨੀ ਕਿ ਸਟੇਜ ਤੋਂ ਕੇਜਰੀਵਾਲ ਸਾਹਿਬ ਨੇ ਜਦੋਂ ਐਲਾਨ ਕੀਤਾ, ਹਾਂ ਵੀ ਦੱਸੋ ਕਿ ਤੁਹਾਨੂੰ ਜਿਹੜੀ ਹੈ ਵਧੀਆ ਸਿੱਖਿਆ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ। ਲੋਕਾਂ ਨੇ ਆਖਿਆ ਚਾਹੀਦੀ ਹੈ, ਪਰ ਇਹ ਵੀ ਪੁੱਛਿਆ ਕਿ ਤੁਹਾਨੂੰ ਸਿੱਖਿਆ ਕੌਣ ਦੇ ਸਕਦਾ ਆ। ਪੂਰੇ ਪੰਜਾਬ ਦੀ ਜਨਤਾ ਨੇ ਆਖਿਆ ਆਮ ਆਦਮੀ ਪਾਰਟੀ ਦੇ ਸਕਦੀ ਹੈ। ਹੈਲਥ ਦੀ ਗੱਲ ਹੋਈ, ਆਮ ਆਦਮੀ ਪਾਰਟੀ ਦੇ ਸਕਦੀ ਹੈ। ਬਿਜਲੀ ਦੀ ਗੱਲ ਹੋਈ, ਆਮ ਆਦਮੀ ਪਾਰਟੀ ਦੇ ਸਕਦੀ ਹੈ। ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੀ ਗੱਲ ਹੋਈ, ਆਮ ਆਦਮੀ ਪਾਰਟੀ ਦੇ ਸਕਦੀ ਹੈਗੀ ਹੈ। ਇਹ ਇਹਨਾਂ ਦੇ ਵੱਧਦਾ ਰੋਗ ਨਹੀਂ, ਇਹਨਾਂ ਦੀ ਫਰਸਟ੍ਰੇਸ਼ਨ ਝਲਕ ਰਹੀ ਹੈਗੀ ਹੈ। ਔਰ ਦੂਸਰੀ ਗੱਲ, ਸਵਾਜ ਸਾਹਿਬ ਨੂੰ ਤਾਂ ਇਹ ਵੀ ਨਹੀਂ ਪਤਾ ਕਿ MSP ਤੇ ਸਵਾਮੀਨਾਥਨ ਦੀ ਰਿਪੋਰਟ 'ਚ ਬਹੁਤ ਵੱਡਾ ਫਰਕ ਹੈਗਾ। ਤੁਸੀਂ ਤੇ ਹਰ MSP ਤੇ ਤੁਰੇ ਫਿਰਦੇ ਹੋ ਸਵਾਜ ਸਾਹਿਬ। ਦਿੱਲੀ ਦੀ ਸਰਕਾਰ ਤਾਂ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਪੈਸੇ ਹੈਗੇ ਉਹ ਕਿਸਾਨਾਂ ਨੂੰ ਦਿੰਦੀ ਹੈ। तो इस करके फ्रस्ट्रेशन नेशनल चैनल पे बैठ के पूछना हाँ इन्होंने पानी पूनी भेजो, पानी पूनी पी के ठंडे होंगे, माड़ा मोटा फ्रस्ट्रेशन पानी पूनी पियो पानी पूनी पियो पानी पूनी पियो। और दूसरी गल इस रैली का संबंध है, ये असीं रैली क्यों की मैनूं ये जरूर दस लैण दिओ। ਜਦੋਂ 26 जनवरी का ਜਿਹੜਾ ਦਿੱਲੀ ਦੇ ਵਿੱਚ ਐਪੀਸੋਡ ਹੋਇਆ, ਜਿਹਦਾ ਜ਼ਿਕਰ ਇਹ ਵੀ ਕਰ ਰਹੇ ਨੇ, ਉਸ ਐਪੀਸੋਡ ਤੋਂ ਬਾਅਦ ਜਿਹੜਾ ਮੀਡੀਆ ਦਾ ਇੱਕ ਸੈਕਸ਼ਨ ਸਰਕਾਰ ਦੇ ਨਾਲ ਮਿਲ ਕੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਫੇਲ ਹੋ ਗਿਆ। ਸਾਡਾ ਇਹ ਮੰਨਣਾ ਹੈ ਕਿਸਾਨ ਅੰਦੋਲਨ ਫੇਲ ਨਹੀਂ ਹੋਇਆ, ਇਹ ਕਿਸਾਨ ਅੰਦੋਲਨ ਫੈਲਿਆ ਹੈਗਾ, फैल रहा है। पहला एक किसान जो पंजाब दी गुरुआ तक, हरियाणे तक, पश्चिम यूपी तक थी। अज तुसीं देखो राजस्थान दे विच वड्डियां वड्डियां खाप पंचायतां हो रही ने, कर्नाटक हो रही ने, वेस्ट बंगाल दे विच हो रहा। असीं मेरठ दे विच पिछले दिनी इसे तरह की महापंचायत पंजाब दे विच असीं इस करके कीती है क्योंकि इहदे नाल किसानी अंदोलन नूं बल मिलदा, उन्हां नूं हमायत देण वास्ते, उन्हां दा दर्द असीं समझदे हां, उन्हां दी भावनावां असीं समझदे हां। असीं इस करके रैली कीती है, उन्हां नूं ढिੱਡ पीड़ इस करके हुंदी है कि असीं किसानी दे हमायत दे विच इह एडियां वड्डियां रैलियां क्यों करदे हां, इन्हां नूं तकलीफ हुंदी है। ओके सर, ओके सोहेल जी प्लीज ब्रेक तो पहला तुसीं अपनी गल मुकम्मल करियो। तुसीं जवाब देना चाहुंदे सी स्वामीनाथन कमेटी दी रिपोर्ट ते उस नुक्ते दीपा जी ने भी उठाया, ਆਪਾਂ ਬਾਅਦ ਚ ਕਰਦੇ ਹਾਂ ਉਹਨਾਂ ਮੁੱਦਿਆਂ ਤੇ ਬਾਅਦ ਚ ਆਉਣੇ। ਮੈਂ ਤੱਥਾਂ ਨਾਲ ਗੱਲ ਕਰਾਂਗਾ। ਨੀਲ ਗਰਗ ਜੀ ਮਿੱਠੀਆਂ ਗੋਲੀਆਂ ਨਾ ਦਿਓ। ਤੁਸੀਂ ਤੁਹਾਡੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਸਕੀਮ ਅਨਾਉਂਸ ਕੀਤੀ ਸੀ, ਮੁੱਖ ਮੰਤਰੀ ਕਿਸਾਨ ਮਿੱਤਰ ਯੋਜਨਾ। ਉਹਨਾਂ ਨੇ ਕਿਹਾ ਸੀ ਕਿ ਮੈਂ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਮੁਤਾਬਕ C2 + 50% ਦਵਾਂਗਾ। ਉਹਦੇ ਨਾਲ ਕਣਕ ਦਾ ਰੇਟ ਬਣਦਾ ਸੀਗਾ 2616 ਰੁਪਏ, ਝੋਨੇ ਦਾ ਰੇਟ ਬਣਦਾ 2667 ਰੁਪਏ। ਹਾਲਾਂਕਿ ਦਿੱਲੀ ਦੇ ਵਿੱਚ ਬਹੁਤ ਥੋੜੀ ਕਣਕ ਹੁੰਦੀ ਹੈ, ਸਿਰਫ ਕੁਛ ਜਿਹੜੇ ਹੈਗੇ 20,000 ਟਨ ਦੀ। ਤੁਸੀਂ ਦੇਖਿਓ ਲੈ ਕੇ ਤੁਸੀਂ ਪਰਚੇਜ਼ ਕਿੰਨੀ ਕੀਤੀ ਹੈ? ਤੁਸੀਂ ਪਰਚੇਜ਼ ਕੀਤੀ ਹੈ 1650 ਰੁਪਏ ਪਰ ਕੁਇੰਟਲ ਦੇ ਹਿਸਾਬ ਨਾਲ। ਤੁਸੀਂ ਉਹ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੀ ਅਨਾਉਂਸ ਤਾਂ ਕੀਤੀ ਹੈ ਲੇਕਿਨ ਦਿੱਤਾ ਨਹੀਂ। ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਪੈਸੇ ਕਿੰਨੇ ਦੇ ਹੁੰਦੇ ਆ ਉਹ ਸਰਕਾਰ ਨੇ ਦਿੱਤੇ ਹੈ ਔਰ ਸਰਕਾਰ ਨੇ ਦਿੱਤੇ ਨੇ। ਆਰਟੀਆਈ ਦੀ ਰਿਪੋਰਟ ਹੈਗੀ, ਤੁਸੀਂ ਪਤਾ ਨਹੀਂ ਕਿਹੜੀ ਰਿਪੋਰਟ ਕਰੋ ਛਾਪ ਕੇ ਲੈ ਲਓ। ਆਰਟੀਆਈ ਦੇ ਵਿੱਚ ਮੈਨੂੰ ਇਨਫੋਰਮੇਸ਼ਨ ਜਿਹੜੀ ਆਰਟੀਆਈ ਦੀ ਇਨਫੋਰਮੇਸ਼ਨ ਆਰਟੀਆਈ ਹੈਗੀ ਹੈ, ਆਰਟੀਆਈ ਦੱਸਦੀ ਹੈ ਕਿ ਲੋਕਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਹੈਗੀ। ਅਰੇ ਤੁਸੀਂ ਕਿਹੜੇ ਕਿਸਾਨਾਂ ਦੀ ਗੱਲ ਕਰ ਰਹੇ ਹੋ? ਪੰਜਾਬ ਦੇ ਵਿੱਚ ਕਹਿੰਦੇ ਹੋ ਜੇਕਰ ਫਸਲ ਬਰਬਾਦ ਹੋ ਜੂਗੀ 20,000 ਰੁਪਏ ਕਿਹੜੇ ਕਿਸਾਨ ਨੂੰ ਦੇਗਾ? ਦਿੱਲੀ ਤੋਂ ਮਿਲਦਾ ਹੈਗਾ। ਤੁਸੀਂ ਨੀਲ ਗਰਗ ਜੀ ਉਹਨਾਂ ਨੂੰ ਗੱਲ ਤਾਂ ਕਰਨ ਦਿਓ। ਆਰਗੂਮੈਂਟ ਕਰ ਸੂਬੇ ਦੀ ਕੋਈ ਖੇਤੀ ਦੀ ਪਾਲਿਸੀ ਨਾ ਹੋਵੇ ਓਕੇ ਤੁਹਾਡੀ ਗੱਲ ਆ ਗਈ। ਠੀਕ ਹੈ ਸੋहेल जी ਦੋਨਾਂ ਨੂੰ ਮੇਰੀ ਬੇਨਤੀ ਹੈ, ਦੋਨਾਂ ਨੂੰ ਬੇਨਤੀ ਹੈ, ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਸੋहेल जी ਤੁਹਾਡੇ ਵੱਲ ਹੀ ਆ ਰਹੇ हैं। ਸੋहेल जी ਤੁਹਾਡੇ ਵੱਲ ਆ ਰਹੇ हैं ਬ੍ਰੇਕ ਤੋਂ ਬਾਅਦ। ਇੱਕ ਬ੍ਰੇਕ ਤੋਂ ਬਾਅਦ ਸੋहेल जी ਆਪਣਾ ਮੁੱਦੇ ਤੇ ਗੱਲ ਕਹਿਣੀ ਚਾਹੁੰਦੇ ਆ, ਉਹਨਾਂ ਦਾ ਵਿਊ ਪੁਆਇੰਟ ਜ਼ਰੂਰ ਲਵਾਂਗੇ, ਗਰਗ ਜੀ ਦੇ ਵਿਊ ਪੁਆਇੰਟ ਵੀ ਲਵਾਂਗੇ। दीपा जी भी इंतजार च ने, अपने मुद्दे ते जवाब चाहणगे। छोटी जी ब्रेक। नज़रिए दी टुडे दर्शकों का मुड़ एक बार स्वागत।
ਸੁਹੇਲ ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ, ਪਲੀਜ਼ ਤੁਸੀਂ ਆਪਣੀ ਗੱਲ ਮੁਕੰਮਲ ਕਰਿਓ, ਫਿਰ ਮੈਂ ਤਾਂ ਕਿ ਅੱਗੇ ਬੇਨਤੀ ਸਵਾਲ ਇਹ ਕਰੂੰਗਾ ਨੀਲ ਜੀ ਨੂੰ ਕਿ ਵਿੱਚੋਂ ਕੱਟਣ ਨਾ ਪਲੀਜ਼ ਸੁਣ ਲੈਣ, ਮੈਂ ਇਹਨਾਂ ਦੀ ਗੱਲ ਪੂਰੀ ਸੁਣਾਂਗਾ। ਪਹਿਲਾਂ ਸੁਣੀ ਝੂਠ ਨਾ ਬੋਲੇ ਕਦੋਂ ਨਹੀਂ ਕੱਟਦਾ, ਝੂਠ ਨਾ ਬੋਲੇ ਨਹੀਂ ਤੁਸੀਂ ਜਵਾਬ ਦੇ ਦਿਓ, ਉੱਥੋਂ ਹੀ ਲੱਗਦਾ ਕਿ ਤੁਹਾਡੇ ਕੋਲ ਕੋਈ ਆਰਗੂਮੈਂਟ ਹੈ ਨਹੀਂ ਬਰਾਬਰ। ਜੋ ਅਰਵਿੰਦ ਕੇਜਰੀਵਾਲ ਜੀ ਨੇ ਅਨਾਉਂਸ ਕੀਤਾ ਸੀਗਾ, ਉਹਦੇ ਨਾਲ ਇਹਨਾਂ ਨੇ ਦਿੱਲੀ ਦੇ ਵਿੱਚ ਕਿਸੇ ਨੂੰ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ MSP ਨਹੀਂ ਦਿੱਤਾ। ਹਾਲਾਂਕਿ ਸੱਚ ਇਹ ਤੱਥ ਨੇ, ਜਿਹੜੀ ਰਿਪੋਰਟਾਂ ਨੇ ਇਹ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਦੀਆਂ ਨੇ ਤੇ FCI ਦੀ ਰਿਪੋਰਟਾਂ ਨੇ ਕਿ ਦਿੱਲੀ ਦੇ ਵਿੱਚ ਜਿਹੜਾ ਕਣਕ ਵਿਕੀ ਹੈ ਪਿਛਲੇ ਸੀਜ਼ਨ ਦੇ ਵਿੱਚ 1650 ਤੋਂ ਲੈ ਕੇ 1750 ਰੁਪਏ ਪਰ ਕੁਇੰਟਲ ਨਾਲ ਵਿਕੀ ਹੈਗੀ ਹੈ। ਤੇ ਮੇਰੇ ਕੋਲ ਦੋ ਨਾਂ ਵੀ ਨੇ ਉਹ ਕਿਸਾਨਾਂ ਦੇ, ਇੱਕ ਦਰਿਆਪੁਰ ਪਿੰਡ ਦਾ, ਇੱਕ ਨਾਲ ਝੂਲਚੁਲੀ ਪਿੰਡ ਹੈਗਾ, ਜਿਹੜਾ ਉਹਨਾਂ ਨੇ ਰੋ ਕੇ ਦੱਸਿਆ ਕਿ ਅਸੀਂ ਕਣਕ ਲੈ ਕੇ ਗਏ ਮੰਡੀ 'ਚ, ਸਾਨੂੰ ਕੇਂਦਰ ਦੀ ਜਿਹੜੀ 925 ਰੁਪਏ ਕੁਇੰਟਲ ਕੀਤੀ ਹੋਈ ਜੋ ਪੰਜਾਬ 'ਚ ਮਿਲ ਰਹੀ ਹੈ, ਹਰਿਆਣੇ 'ਚ ਮਿਲ ਰਹੀ ਹੈ, ਉਹ ਦਿੱਲੀ 'ਚ ਨਹੀਂ ਮਿਲੀ। ਨਸ਼ਵਗੜ੍ਹ ਦੀ ਮੰਡੀ 'ਚ ਗਏ ਅਸੀਂ, ਬਾਅਦ ਜਾ ਕੇ ਸਾਨੂੰ ਹੋਈ। ਤੇ ਆਹ ਫੈਕਟਸ ਨੇ। ਸਿਰਫ 1% ਇਹਨਾਂ ਨੇ ਫਸਲ ਖਰੀਦੀ ਹੈ MSP ਤੋਂ ਵੀ, ਜਿਹੜੀ ਕੇਂਦਰ ਦੀ MSP ਹੈਗੀ ਹੈ। ਗੱਲਾਂ ਬਹੁਤ ਕਰਦੇ ਨੇ, ਡਰਾਮੇਬਾਜ਼ੀ ਬਹੁਤ ਕਰਦੇ ਨੇ, ਇਹ ਫੈਕਟ ਔਨ ਰਿਕਾਰਡ ਨੇ। ਨੀਲ ਸਾਹਿਬ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲੈਣ, ਮੈਂ ਤੁਹਾਨੂੰ ਭੇਜ ਵੀ ਦਿਆਂਗਾ, ਮੇਰੇ ਤੋਂ ਲੈ ਵੀ ਲੈਣ, ਨਹੀਂ ਤਾਂ FCI ਦੀਆਂ ਤੇ ਮਿਨਿਸਟਰੀ ਆਫ ਜਿਹੜੀ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਦੀ ਹੈਗੀ ਹੈ ਉਹਦੀ RTI ਦੇ ਰਿਪੋਰਟਾਂ ਨੇ ਇਹ ਵੀ ਕਿੰਨਾ ਖਰੀਦਿਆ ਗਿਆ ਅਨਾਜ ਦਿੱਲੀ ਦੇ ਵਿੱਚ, ਕਿਸ ਰੇਟ ਤੇ ਖਰੀਦਿਆ ਗਿਆ। ਤੇ ਇਹ ਨੇ ਤੱਥ, ਸਹੀ ਤੱਥ ਜਿਹੜੇ ਹੈਗੇ ਨੇ। ਜੇ ਮੈਂ ਝੂਠਾ ਹੋਵਾਂ ਮੈਨੂੰ ਜੋ ਮਰਜ਼ੀ ਸਜ਼ਾ ਦਿਓ, ਜੇ ਮੈਂ ਗਲਤ ਕਹਿ ਰਿਹਾ ਹਾਂ। ਥੈਂਕ ਯੂ ਗਰਗ ਸਾਹਿਬ, ਤੁਸੀਂ ਆਪਣੀ ਗੱਲ ਜ਼ਰੂਰ ਕਹੋ ਸੰਖੇਪ ਦੇ ਵਿੱਚ। ਪਰ ਦੀਪਾ ਜੀ ਨੇ ਵੀ ਬ੍ਰੇਕ ਤੋਂ ਪਹਿਲਾਂ ਇਸ ਮੁੱਦੇ ਤੇ ਸਵਾਲ ਕੀਤਾ ਸੀ ਕਿ ਕੈਪਟਨ ਅਮਰਿੰਦਰ ਦੀ ਤਰ੍ਹਾਂ ਕੇਜਰੀਵਾਲ ਨੇ ਵੀ ਬਹੁਤ ਵੱਡੇ ਵਾਅਦੇ ਕਰਕੇ ਝੂਠ ਬੋਲਿਆ ਪੰਜਾਬੀਆਂ ਦੇ ਨਾਲ। ਜਿੱਦਾਂ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਕੇਜਰੀਵਾਲ ਵੀ ਝੂਠ ਬੋਲ ਰਹੇ ਹੈ, ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਗਏ ਹੈ। ਜੀ ਗਰਗ ਸਾਹਿਬ ਤੁਸੀਂ ਆਪਣੀ ਗੱਲ ਵੀ ਕਰਿਓ, ਪਰ ਜਵਾਬ ਵੀ ਦੇ। ਦੇਖੋ ਦੀਪਾ ਸਾਹਿਬ ਦੇ ਸ਼ੰਕੇ ਹੋ ਸਕਦੇ ਇਸ ਕਰਕੇ ਕਿਉਂਕਿ ਇਹਨਾਂ ਲੋਕਾਂ ਨੇ ਪਿਛਲੇ 35 ਸਾਲ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਰਾਜ ਕੀਤਾ ਦੋਨਾਂ ਪਾਰਟੀਆਂ ਨੇ, ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਨੂੰ ਉਸ ਦਲਦਲ ਦੇ ਵਿੱਚ ਫਸਾਤਾ ਜਿੱਥੋਂ ਬਾਹਰ ਨਿਕਲਿਆ ਹੀ ਨਹੀਂ ਜਾ ਸਕਦਾ, ਇਹਨਾਂ ਨੇ ਜਿਸ ਤਰੀਕੇ ਨਾਲ ਕਿਸਾਨੀ ਨੂੰ ਜਿਸ ਮੁਕਾਮ ਦੇ ਉੱਤੇ ਲੈ ਗਏ ਨੇ, ਇਹ ਇਸ ਕਰਕੇ ਸ਼ੰਕੇ ਇਹਨਾਂ ਨੂੰ ਹੈਗੇ ਹੈ। ਪਰ ਸਾਨੂੰ ਇਸ ਦੇ ਵਿੱਚ ਕੋਈ ਸ਼ੰਕੇ ਨਹੀਂ, ਸਾਡੇ ਕੋਲੇ ਰੋਡ ਮੈਪ ਹੈਗਾ, ਕਿਉਂਕਿ ਅਸੀਂ ਕਿਹੜਾ ਮਾਫੀਆ ਚਲਾਉਂਦੇ ਆ। ਜਦੋਂ ਮਾਫੀਆ ਚਲਾਉਂਦੇ ਨਹੀਂ ਤਾਂ ਸਰਕਾਰੀ ਖਜ਼ਾਨੇ 'ਚ ਪੈਸਾ ਆਉਣਾ ਯਕੀਨੀ ਤੌਰ ਤੇ ਲਾਜ਼ਮੀ ਹੈ। ਅੱਜ ਵੀ ਇਹ ਸਰਕਾਰ ਨੇ ਸਾਨੂੰ ਦੇ ਦੇਣ 6 ਮਹੀਨੇ ਲਈ ਇਸੇ ਖਜ਼ਾਨੇ ਦੇ ਵਿੱਚ, ਜਿਹਨੂੰ ਪੀਪਾ ਕਹਿੰਦੇ ਹੈਗੇ ਆ, 25-30 ਹਜ਼ਾਰ ਕਰੋੜ ਰੁਪਇਆ ਸਾਲ ਦਾ, ਤੇ ਇਕੱਲੇ ਮਾਫੀਆ ਕਰਕੇ ਅਸੀਂ ਲਿਆ ਕੇ ਖਜ਼ਾਨੇ 'ਚ ਪਾ ਦਿਆਂਗੇ ਜਿਹੜਾ ਇਹਨਾਂ ਦੀ ਜੇਬਾਂ ਦੇ ਵਿੱਚ ਜਾਂਦਾ ਹੈਗਾ। ਔਰ ਦੂਸਰੀ ਗੱਲ, ਅਸੀਂ ਬਿਲਕੁਲ ਕੱਲ ਨੌਜਵਾਨਾਂ ਨੂੰ ਕੇਜਰੀਵਾਲ ਸਾਹਿਬ ਨੇ ਇਹ ਹੌਸਲਾ ਦਿੱਤਾ ਹੈਗਾ ਕਿ ਆ ਜਿਹੜੇ ਲਾਲ ਜੇ ਕਾਰਡ ਜਿਹੜੇ ਕੈਪਟਨ ਸਾਹਿਬ ਨੇ ਦਿੱਤੇ ਨੇ ਫਾਰਮ ਭਰ ਕੇ, ਇਹਦੇ ਤੁਸੀਂ ਸੰਭਾਲ ਕੇ ਰੱਖੋ, ਰੋਜ਼ ਦੇਖਿਆ ਕਰੋ, ਇਹਦਾ ਗੁੱਸਾ ਕੱਢਿਓ 2022 ਦੇ ਵਿੱਚ। ਜੇ ਤਾਂ ਇਹਨਾਂ ਨੇ ਤੁਹਾਨੂੰ ਨੌਕਰੀ ਦਿੱਤੀ ਠੀਕ ਹੈ, ਨਹੀਂ ਜਦੋਂ ਦਿੱਲੀ 'ਚ ਕਿੰਨਾ ਕੁ ਰੁਜ਼ਗਾਰ ਦਿੱਤਾ, ਹਾਂਜੀ ਉਹ ਕਹਿੰਦਾ ਦਿੱਲੀ 'ਚ ਕਿੰਨਾ ਕੁ ਰੁਜ਼ਗਾਰ ਦਿੱਤਾ, ਇਹ ਪੁੱਛ ਰਹੇ ਆ ਸੁਹੇਲ ਜੀ ਕਿ ਦਿੱਲੀ 'ਚ ਤੁਸੀਂ ਕਿੰਨਾ ਕੁ ਰੁਜ਼ਗਾਰ। ਇਹ ਸੁਣੋ, ਸਾਡਾ ਇਹ ਪੋਰਟਲ ਦਿੱਲੀ ਸਰਕਾਰ ਦਾ ਤੁਸੀਂ ਵੀ ਖੋਲ ਕੇ ਚੈੱਕ ਕਰ ਲਓ, ਕਿਰਪਾ ਕਰਕੇ ਇਹਨਾਂ ਨੂੰ ਵੀ ਬੇਨਤੀ ਹੈ ਚੈੱਕ ਕਰ ਲੈਣ। 10 ਲੱਖ ਤੇ 86,000 ਨੌਕਰੀਆਂ ਉੱਥੇ ਦਿੱਲੀ ਦਿੱਤੀਆਂ, ਨੌਕਰੀਆਂ ਜ਼ਿਆਦਾ ਸੀ, ਨੌਕਰੀਆਂ ਲੈਣ ਵਾਲੇ ਬਲਕਿ ਜਿਹੜੇ ਨੌਜਵਾਨ ਉੱਥੇ ਘੱਟ ਪਹੁੰਚੇ। ਇੱਕ ਵੀ ਨੌਜਵਾਨ ਐਸਾ ਨਹੀਂ ਸੀ ਜਿਹਨੂੰ ਵਾਪਸ ਜਾਣਾ ਪਿਆ ਹੋਵੇ। ਜਾਂ ਇਹ ਦੱਸਦੇ ਇਹਨਾਂ ਦਾ ਜਿਹੜਾ ਪੋਰਟਲ ਹੈਗਾ, ਇਹਨਾਂ ਦਾ ਪੋਰਟਲ ਦੱਸਦਾ ਹੈਗਾ ਕਿ 11,08,000 ਨੌਜਵਾਨਾਂ ਨੇ ਉਹਦੇ ਰਜਿਸਟਰ ਕੀਤਾ, 3,22,000 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ, ਕਿਸੇ ਨੂੰ ਚਾਹ ਦੀ ਦੁਕਾਨ ਤੇ, ਕਿਸੇ ਨੂੰ ਪਹਿਲੇ ਦੀ ਦੁਕਾਨ ਦੇ ਉੱਤੇ, ਔਰ 8 ਲੱਖ ਤੋਂ ਵੱਧ ਜਿਹੜੇ 8 ਲੱਖ ਤੋਂ ਵੱਧ ਜਿਹੜੇ ਨੌਜਵਾਨ ਨੇ ਬੇਰੁਜ਼ਗਾਰ ਨੇ, ਉਹਨਾਂ ਨੂੰ ਦੱਸਦੇ 25,000 ਰੁਪਏ ਬੋਲੇ ਹੁਣ ਵਿੱਚ ਕੱਟਿਓ ਨਾ। ਦਿੱਲੀ ਦੇ ਵਿੱਚ ਅਨਐਮਪਲੋਇਮੈਂਟ, ਬੇਰੁਜ਼ਗਾਰੀ ਜੂਨ ਤੇ ਫਰਵਰੀ ਦੀ ਰਿਪੋਰਟ ਹੈਗੀ ਹੈ 11.1% ਸੀਗੀ, ਜਿਹੜੀ ਵੱਧ ਕੇ ਅਕਤੂਬਰ ਨਵੰਬਰ ਤੱਕ 28.5% ਬੇਰੁਜ਼ਗਾਰੀ ਅਨਐਮਪਲੋਇਮੈਂਟ ਦਿੱਲੀ ਦੇ ਵਿੱਚ। ਦੱਸੋ ਸਾਰੀਆਂ ਰਿਪੋਰਟਾਂ ਨੇ ਮੇਰੇ ਕੋਲੇ, ਤੁਸੀਂ ਝੂਠੀ ਰਿਪੋਰਟ ਚੱਕੀ ਫਿਰਦੇ ਹੋ, ਦੱਸੋ ਗੱਲ ਹੈ ਕੋਈ? ਆਹ ਰਿਪੋਰਟਾਂ ਮੇਰੇ ਕੋਲੇ, ਇਹ RTI ਦੇ ਰਿਪੋਰਟਾਂ ਨੇ, ਸਰਕਾਰੀ ਰਿਪੋਰਟਾਂ ਨੇ।
ਸਾਰਾ ਕੁਝ ਰਿਪੋਰਟ ਦੱਸਦਾ ਹੈ। ਹਿੰਦੂ ਖਾਰ ਤੁਸੀਂ ਪੜ੍ਹਦੇ ਹੀ ਹੋਵੋਗੇ ਸਾਰੀ ਨਾ। ਰਿਪੋਰਟ ਵੀ ਦੱਸਦੀ ਹੈ ਕਿ 26% ਅਸੀਂ ਐਜੂਕੇਸ਼ਨ ਦੇ ਖਰਚ ਕਰਦੇ ਹਾਂ। ਇਹ ਵੀ ਰਿਪੋਰਟ ਦੱਸਦੀ ਹੈ 16% ਜਿਹੜਾ ਅਸੀਂ ਹੈਲਥ ਦੇ ਉੱਤੇ ਖਰਚ ਕਰਦੇ ਹਾਂ। ਇਹ ਰਿਪੋਰਟ ਇਹ ਵੀ ਦੱਸਦੀ ਹੈ 132 ਸਲਾਵਾ ਘਰ ਬੈਠੇ ਦਿੰਦੇ ਆ। ਆਹ ਰਿਪੋਰਟ ਇਹ ਵੀ ਦੱਸਦੀ ਹੈ ਅਸੀਂ ਮਹਿਲਾਵਾਂ ਨੂੰ ਫ੍ਰੀ ਸਫਰ ਦਿੰਦੇ ਆ। ਆਹ ਰਿਪੋਰਟ ਇਹ ਵੀ ਦੱਸਦੇ ਆ ਕਿ ਜਿਹੜਾ ਸੀਐਮ ਦੀ ਰਿਪੋਰਟ ਹੈ 80% ਘਟ ਗਈ। ਤੁਸੀਂ ਕਿਹੜੀ ਰਿਪੋਰਟ ਠੀਕ ਕਰੋ ਜੀ ਗਰਗ ਸਾਹਿਬ, ਆਪਾਂ ਡਿਬੇਟ ਚੱਲਣ ਦੀਏ। ਗਰਗ ਸਾਹਿਬ ਤੁਸੀਂ ਆਪਣੀ ਗੱਲ ਕਹਿਣੀ ਹੈ। ਸੋਹੇਲ ਜੀ ਤੁਸੀਂ ਸੰਖੇਪ ਚ ਦੀਪਾ ਜੀ ਇੰਤਜ਼ਾਰ ਕਰ ਰਹੇ ਦੀਪਾ ਜੀ। ਸੋਹੇਲ ਜੀ ਸੰਖੇਪ ਦੇ ਵਿੱਚ ਆਪਣੀ ਗੱਲ ਪਲੀਜ਼ ਮੁਕੰਮਲ ਕਰਿਓ ਜੀ। ਸੋਹੇਲ ਸਰ ਮੈਂ ਜਵਾਬ ਦੇਣਾ ਜੀ। ਜੀ ਨਾ ਤੁਸੀਂ ਹੁਣ ਦੀਪਾ ਸਾਹਿਬ ਸੌਰੀ ਨਹੀਂ ਸੋਹੇਲ ਜੀ ਆਪਣੀ ਗੱਲ ਵਿੱਚ ਕੱਟ ਰਹੇ ਸੀ। ਸੋਹੇਲ ਜੀ ਹਾਂ, ਮੈਂ ਇਹ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਇਹ ਜਿਹੜੀਆਂ ਹੈਗੀਆਂ ਪੰਜਾਬ ਦੇ ਲੋਕਾਂ ਨੂੰ ਗੱਲ ਜਿਹੜੀ ਹੈਗੀ ਹੈ ਸੱਚੀ ਦੱਸਣ, ਡਰਾਮੇਬਾਜ਼ੀ ਨਾ ਕਰਨ। ਦੇਖੋ ਜੋ ਤੱਥ ਨੇ ਸਾਨੂੰ ਤੁਸੀਂ ਵੀ ਛਪਾ ਸਕਦੇ, ਮੈਂ ਨਹੀਂ ਛਪਾ ਸਕਦਾ। ਜੋ ਰਿਪੋਰਟਾਂ ਆ ਰਹੀਆਂ ਨੇ ਅਸੀਂ ਰਿਪੋਰਟਾਂ ਦੇ ਆਧਾਰ ਤੇ ਗੱਲ ਕਰ ਰਹੇ ਨੇ। RTI ਦੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਆਧਾਰ ਤੇ ਗੱਲ ਕਰ ਰਹੇ ਹੈਗੇ ਆ। ਇਹ ਜਿੱਥੇ ਗੱਲ ਇਹਨਾਂ ਦੀ ਠੀਕ ਅਸੀਂ ਮੰਨਦੇ ਹਾਂ। ਇਹਨਾਂ ਨੇ ਜਿਹੜਾ ਦੇਖੋ ਸਕੂਲ ਐਜੂਕੇਸ਼ਨ ਦੇ ਵਿੱਚ ਇਹ ਕਲੇਮ ਕਰਦੇ ਨੇ ਕਿ ਅਸੀਂ ਇੰਪਰੂਵਮੈਂਟ ਕੀਤੀ ਹੈਗੀ ਹੈ, ਲੇਕਿਨ ਨਾਲ ਤੱਥ ਇਹ ਵੀ ਹੈਗਾ, ਇਹ ਵੀ ਤੁਸੀਂ ਹੁਣ ਨੀਲ ਗਰਗ ਸਾਹਿਬ ਦੱਸ ਦਿਓ, ਮੈਨੂੰ ਜਵਾਬ ਦਿਓ। ਜਿਹੜੇ ਉੱਥੇ ਪ੍ਰਾਇਮਰੀ ਐਜੂਕੇਸ਼ਨ ਹੈਗੀ ਹੈ, ਪ੍ਰਾਇਮਰੀ ਐਜੂਕੇਸ਼ਨ ਜਿਹੜੀ ਉੱਥੇ ਮਿਊਨਿਸਪਲ ਕਮੇਟੀਆਂ ਦੇ ਅੰਡਰ ਹੈਗੀ ਹੈ, ਜਿਹੜੀਆਂ ਮਿਊਨਿਸਪਲ ਕਮੇਟੀਆਂ ਉਹ ਇਹਨਾਂ ਨੂੰ ਇਹ ਫੰਡ ਨਹੀਂ ਦੇ ਰਹੇ, ਨਾ ਉੱਥੇ ਟੀਚਰ ਭਰਤੀ ਕਰ ਰਹੇ ਹੈ, ਨਾ ਸਕੂਲ ਖੋਲ ਰਹੇ ਹੈ, ਨਾ ਪ੍ਰੀ ਪ੍ਰਾਇਮਰੀ ਦਾ ਖਿਆਲ ਕੋਈ ਰੱਖ ਰਹੇ ਹੈਗੇ ਹੈ। ਇਹ ਸਿਰਫ ਰਿਪੋਰਟਾਂ ਕਰਦੇ ਨੇ ਕਿ ਅਸੀਂ ਜੀ ਆ ਜਿਹੜਾ ਉਹ ਸਕੂਲ ਹੈ ਜੋ ਦੂਜਾ ਸਾਹਿਬ MCD ਕਿਹਦੇ ਅੰਦਰ ਆਉਂਦੀ ਹੈ? ਬੀਜੇਪੀ ਦੇ ਉਹਨਾਂ ਨੂੰ ਸਾਨੂੰ ਕਿਉਂ ਤੁਹਾਨੂੰ ਇਹ ਜਾਣਕਾਰੀ ਤਾਂ ਸਹੀ ਰੱਖਿਆ ਕਰੋ। ਕੁਝ ਵੀ ਬੋਲਣਾ ਸ਼ੁਰੂ ਕਰ ਦਿਓ। ਉਹਨਾਂ ਦੀ ਹੈਗੀ ਹੈ, ਇਹ ਤੁਸੀਂ ਉਹਨਾਂ ਨੂੰ ਜਿਹੜਾ ਸਕੂਲ ਸਾਡੇ ਖੋਲੇ ਦੱਸੋ। ਹਾਇਰ ਐਜੂਕੇਸ਼ਨ ਦੇ ਵਿੱਚ ਕਿੰਨੇ ਦਿੱਲੀ ਵਿੱਚ ਕਾਲਜ ਖੋਲੇ ਤੁਸੀਂ? ਆਪਾਂ ਦਿੱਲੀ ਤੇ ਕੱਲੀ ਤੇ ਗੱਲ ਨਹੀਂ ਕਰ ਸਕਦੇ। ਦੱਸ ਦਿਓ ਜੀ। ਓਕੇ ਸੋਹੇਲ ਜੀ, ਗਰਗ ਸਾਹਿਬ ਤੁਹਾਡੀ ਦੋਨਾਂ ਦੀ ਗੱਲ ਆ ਗਈ ਹੈ। ਦੀਪਾ ਜੀ ਇੰਤਜ਼ਾਰ ਚ। ਦੀਪਾ ਜੀ, ਗਰਗ ਸਾਹਿਬ ਨੇ ਕਿਹਾ ਕਿ ਅਸੀਂ 10 ਸਾਲ ਕੋਈ ਮਾਫੀਆ ਨਹੀਂ ਚਲਾਇਆ, ਪੰਜਾਬ ਨੂੰ ਦਲਦਲ ਚ ਧੱਕਣ ਵਾਲੀਆਂ ਦੋਨੇ ਪਾਰਟੀਆਂ। ਜੀ ਦੀਪਾ ਜੀ ਵੇਖੋ, ਇਹ ਬੜੇ ਡਾਟੇ ਦੇ ਵਿੱਚ ਤੇ ਰਿਪੋਰਟਾਂ ਤੇ ਉਲਝ ਗਏ ਮੇਰੇ ਦੋਵੇਂ ਵੀਰ। ਮੈਂ ਚਲੋ ਡਾਟਾ ਤੇ ਰਿਪੋਰਟਾਂ ਦੀ ਗੱਲ ਨਹੀਂ ਕਰਦਾ, ਮੈਂ ਉਹ ਗੱਲ ਕਰਦਾ ਕਿ ਜਿਹੜੇ ਪਿਛਲੇ 6-7 ਸਾਲ ਤੋਂ ਆਮ ਆਦਮੀ ਪਾਰਟੀ ਪੰਜਾਬ 'ਚ ਜਦੋਂ ਦੇ ਪੈਰ ਰੱਖੇ ਆ, ਉਦੋਂ ਦੇ ਇਹਨਾਂ ਦੇ ਕੀ ਹਾਲਾਤ ਰਹੇ ਆ। ਜਿਹੜੀ ਰੋਡ ਮੈਪ ਦੀ ਗੱਲ ਕਰਦੇ ਆ ਕਿ ਸਾਡਾ ਇਹ ਰੋਡ ਮੈਪ ਹੈ ਜੀ, ਅਸੀਂ ਦਿੱਲੀ ਆ ਕੀਤਾ, ਸਾਡਾ ਦਿੱਲੀ ਦਾ ਮਾਡਲ ਹੈ। ਆਪਾਂ ਗੱਲ ਪੰਜਾਬ ਦੀ ਕਰਨੀ ਹੈ, ਪੰਜਾਬ ਦੀ ਇਹਨਾਂ ਦੀ ਲੀਡਰਸ਼ਿਪ ਦੀ ਕਰਨੀ ਹੈ। ਜੋ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਤੇ ਭਰੋਸਾ ਜਤਾਇਆ ਸੀ ਪਿਛਲੀ ਪਿਛਲੀ ਪਾਰਲੀਮੈਂਟ 'ਚ 2014 ਤੇ 4 MP ਬਣਾਏ, 2 ਮਹੀਨਿਆਂ ਦੇ ਵਿੱਚ 2 MP ਇਹਨਾਂ ਦੇ ਛੱਡ ਕੇ ਚਲੇ ਗਏ। ਫਿਰ ਵੀ ਭਰੋਸਾ 100 ਸੀਟਾਂ ਆਣੀਆਂ, 100 ਨਹੀਂ ਆਈਆਂ, 20 ਸੀਟਾਂ ਆਈਆਂ। ਵਿਰੋਧੀ ਧਿਰ ਦੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਕਿ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਤੇ ਖੜੇ। ਕਿਹੜਾ ਰੋਡ ਮੈਪ ਦੀ ਗੱਲ ਕਰਦੇ ਆ, ਕਿਹੜੀ ਪਾਰਟੀ ਦੀ ਗੱਲ ਕਰਦੇ ਆ, ਕਿਹੜੀ ਸੋਚ ਦੀ ਗੱਲ ਕਰਦੇ ਆ। ਜਿਹੜੇ ਪੰਜਾਬ ਦੇ ਲੋਕਾਂ ਨੇ ਇੰਨਾ ਭਰੋਸਾ ਜਤਾਇਆ, ਇਹਨਾਂ ਨੂੰ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ। ਇੱਕ ਵਾਰੀ ਨਹੀਂ ਪਾਰਟੀ ਟੁੱਟੀ, ਮੈਂ ਸਮਝਦਾ 10 ਵਾਰੀ ਇਹ ਪਾਰਟੀ ਟੁੱਟੀ ਹੈ। ਪਹਿਲਾਂ ਇਹਨਾਂ ਦਾ ਪ੍ਰਧਾਨ ਛੋਟੇਪੁਰ ਨੂੰ ਬਿਨਾਂ ਵਜ੍ਹਾ ਇਹਨਾਂ ਨੇ ਪਾਰਟੀ ਚੋਂ ਕੱਢਿਆ। ਉਸ ਵਕਤ ਘੁੱਗੀ ਬਣਾਇਆ, ਉਹਨੂੰ ਬਿਨਾਂ ਵਜ੍ਹਾ ਤੋਂ ਇਹਨਾਂ ਨੇ ਕੱਢਿਆ। ਉਸ ਤੋਂ ਸਭ ਤੋਂ ਪਹਿਲਾਂ ਇਹਨਾਂ ਨੇ ਵਿਰੋਧੀ ਧਿਰ ਦਾ ਨੇਤਾ ਫੁਲਕਾ ਜੀ ਬਣਾਇਆ, ਇਹਨਾਂ ਨੂੰ ਕੱਢਿਆ। ਉਸ ਤੋਂ ਬਾਅਦ ਖਹਿਰੇ ਨੂੰ ਬਣਾਇਆ, ਉਹਨੇ ਕੱਢਿਆ। ਹੁਣ ਚੀਮਾ ਜੀ ਬਣਾਏ ਆ। ਕੋਈ ਮਤਲਬ ਕਿਸ ਪੋਜੀਸ਼ਨ ਤੇ ਬੈਠੇ ਆ। ਕੁਰਸੀ ਦੀ ਲੜਾਈ ਲੋਕਾਂ ਨੇ, ਪੰਜਾਬ ਦੇ ਨੇ ਚੰਗੀ ਤਰ੍ਹਾਂ ਵੇਖ ਲਈ ਹੈ। ਉਹ ਪਹਿਲਾਂ ਜ਼ਰੂਰ ਸੀ, ਲੋਕ ਬਿਲਕੁਲ ਪੰਜਾਬ ਦੇ ਦੇਸ਼ ਦੇ ਸਿਸਟਮ ਤੋਂ ਨਰਾਦਰ ਹੈ। ਸਿਸਟਮ ਚੇਂਜ ਕਰਨਾ ਚਾਹੁੰਦੇ ਆ। ਸਿਸਟਮ 'ਚ ਕਰਪਸ਼ਨ ਹੈ। ਮੈਂ ਕੋਈ ਆਪਦੀ ਪਾਰਟੀ ਦੀ ਗੱਲ ਨਹੀਂ ਕਰਦਾ, ਕਾਂਗਰਸ ਨਹੀਂ ਕਰਦਾ, ਸਾਰਿਆਂ ਦੀ ਕਰਪਸ਼ਨ ਹੈ। ਜਦੋਂ ਮੈਂ ਸਿਸਟਮ ਦੀ ਗੱਲ ਕਰਦਾ, ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ। ਤੇ ਇਹਨਾਂ ਤੇ ਉਮੀਦ ਸੀ ਨਵੀਂ ਪਾਰਟੀ ਹੈ, ਨਵਾਂ ਸਿਸਟਮ ਬਣਾ ਕੇ ਆਉਣਗੇ, ਨਵਾਂ ਲੈ ਕੇ ਆਉਣਗੇ। ਪਰ ਪਿਛਲੇ 6 ਸਾਲਾਂ 'ਚ ਜੋ ਇਹਨਾਂ ਨੇ ਕਰਕੇ ਵਿਖਾਇਆ, ਪੰਜਾਬ ਦੇ ਯੂਨਿਟ ਨੇ, ਉਹ ਲੋਕਾਂ ਦੇ ਸਾਹਮਣੇ ਐਵੇਂ ਦਿੱਲੀ ਦਾ ਰੋਡ ਮੈਪ ਵਿਖਾਈ ਜਾਣ, ਹੋਰ ਵਿਖਾਈ ਜਾਣ। ਲੋਕ ਇੱਥੋਂ ਦੀ ਲੀਡਰਸ਼ਿਪ ਨੂੰ ਵੇਖਣਗੇ। ਐਕਟੀ ਇੱਕ MP ਰਹਿ ਗਿਆ, ਮੈਂ ਸਮਝਦਾ ਅੱਧੇ ਦਿਨ ਉਹ ਵੀ ਮौज ਮਸਤੀ 'ਚ ਹੀ ਰਹਿੰਦਾ ਭਰਾ ਸਾਡਾ। ਸੋ ਉਹਨਾਂ ਦਾ ਗੱਲ ਤਾਂ ਇਹ ਹੈ ਕਿ ਡਿਲੀਵਰ ਕੀ ਕਰ ਰਹੇ ਆ, ਲੋਕਲ ਲੀਡਰਸ਼ਿਪ ਕੀ ਡਿਲੀਵਰ ਕਰ ਰਹੀ ਹੈ, ਕੀ ਉਹ ਇਕੱਠੇ ਹੈਗੇ ਆ? ਦੀਪਾ ਜੀ ਇਕੱਠੇ ਨਹੀਂ। ਦੀਪਾ ਜੀ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹੈ ਸਰ। ਮੈਂ ਦੀਪਾ ਜੀ ਇੱਕ ਸਵਾਲ, ਭਗਵੰਤ ਮਾਨ ਨੇ ਰੈਲੀ 'ਚ ਕੱਲ ਚੇਚੇ ਤੌਰ ਤੇ ਕਿਹਾ, ਆਪਾਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਤਾਂ ਭਗਵੰਤ ਮਾਨ ਨੇ ਕਿਹਾ ਹੈ
ਕਿ ਬਾਦਲਾਂ ਨੇ ਰਾਜਨੀਤੀ ਲਈ ਧਰਮ ਨੂੰ ਹਮੇਸ਼ਾ ਹੀ ਇਸਤੇਮਾਲ ਕੀਤਾ ਹੈ ਲੋਕਾਂ ਦੇ ਮੁੱਦਿਆਂ ਦੀ ਥਾਂ। ਨਹੀਂ, ਕਿੱਥੇ ਧਰਮ ਨੂੰ ਇਸਤੇਮਾਲ ਕੀਤਾ? ਗੱਲ ਕਹਿਣਾ ਬੜਾ ਸੌਖਾ ਹੈ, ਹਰ ਥਾਂ ਤੇ ਕਰਦੇ ਹੋ, ਇੱਕ ਥਾਂ ਤੇ ਨਹੀਂ ਹਰ ਥਾਂ ਤੇ ਕਰਦੇ ਹੋ। ਡਿਵੈਲਪਮੈਂਟ ਦਾ ਹਮੇਸ਼ਾ, ਜਦੋਂ ਦਾ ਪਿਛਲੇ ਮੈਂ 10-15 ਸਾਲਾਂ ਦੀ ਗੱਲ ਕਰ ਰਿਹਾ, ਡਿਵੈਲਪਮੈਂਟ ਦੇ ਇਸ਼ੂ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਲੈਕਸ਼ਨ ਲੜਿਆ ਹੈ। ਕੋਈ ਧਰਮ ਦੇ ਨਾਂ ਤੇ ਕਦੀ ਵੋਟ ਮੰਗੀ ਹੋਵੇ, ਕੋਈ ਗੱਲ ਕੀਤੀ ਹੋਵੇ, ਫਿਰ ਗੱਲ ਕਰੋ। ਡਿਵੈਲਪਮੈਂਟ ਦੇ ਇਸ਼ੂ ਤੇ ਗੱਲ ਕੀਤੀ, ਔਰ ਅੱਜ ਵੀ ਅਸੀਂ ਕਹਿੰਦੇ ਆ ਕਿ ਪਿਛਲੇ ਸਾਲਾਂ 'ਚ ਜੋ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ ਹੈ, ਇਹ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਮਾਡਲ ਦੀ ਗੱਲ ਕਰਦੇ ਆ। ਸਾਡੇ ਜੀ ਜ਼ੀਰੋ ਬਿੱਲ ਆਉਂਦੇ ਆ ਉੱਥੇ, ਸਾਡੇ ਇੱਥੇ ਕਿਸਾਨਾਂ ਨਾਲ ਗੱਲ ਵੇਖੋ, ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਬਾਦਲ ਸਰਕਾਰ ਨੇ ਜ਼ੀਰੋ ਬਿੱਲ ਦਿੱਤਾ ਹੀ ਨਹੀਂ ਕਿਸਾਨਾਂ ਨੂੰ। 10,000 ਕਰੋੜ ਦੀ ਸਬਸਿਡੀ ਹੈ ਕਿ ਨਹੀਂ ਪੰਜਾਬ ਦੇ ਵਿੱਚ? ਬਿਜਲੀ ਤੇ ਤੁਹਾਡੀ 2,000 ਕਰੋੜ ਦੀ ਗੱਲ ਰੱਖ ਕੇ ਆਪਦੇ ਬਜਟ ਦੇ ਵਿੱਚ ਤੁਸੀਂ ਬੜੇ ਵੱਡੇ ਬਣੇ ਹੋਗੇ। ਦਿੱਲੀ ਦੇ ਵਿੱਚ ਅਸੀਂ ਪਤਾ ਨਹੀਂ ਕੀ ਕੁਝ ਦੇ ਰਹੇ ਹਾਂ। ਜਿੱਥੋਂ ਤੱਕ ਆਟਾ ਦਾਲ ਦੀ ਸਕੀਮ ਹੈ ਗਰੀਬਾਂ ਦੀ, ਤਾਂ ਅੱਜ ਉੱਥੇ ਅਨਾਜ ਵੰਡਣ ਦੀ ਗੱਲ ਕਰ ਰਹੇ ਆ। ਆਪਾਂ ਜਵਾਬ ਹੈ ਜੀ, ਇਹ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਚਲਾਈ। ਸ਼ਗਨ ਓਕੇ, ਗੱਲ ਸਾਹਿਬ ਤੋਂ ਜਵਾਬ ਹੈ ਜੀ, ਸਕੀਮ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਚਲਾਈ। ਪੈਨਸ਼ਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਚਲਾਈ। ਕਿਹੜੀ ਗੱਲ ਕਰਦੇ ਆ? ਸੋ ਇਹ ਸਾਰੀਆਂ ਠੀਕ ਜੀ ਭਾਜੀ, ਥੈਂਕ ਯੂ। ਦੇ ਦੇਣਾ, ਉਹਦੀ ਪਬਲਿਸਿਟੀ ਕਰਦੇ ਨਹੀਂ, 500-600 ਕਰੋੜ ਰੁਪਏ ਉਹਦੇ ਤੇ ਲਾ ਦੇਣਾ, ਸਾਰੇ ਦੇਸ਼ 'ਚ ਪਬਲਿਸਿਟੀ ਕਰੀ ਜਾਣੀ, ਉਹਦੇ ਨਾਲ ਉਹ ਸਕੀਮਾਂ ਕੋਈ ਵੱਡੀਆਂ ਨਹੀਂ ਬਣ ਜਾਂਦੀਆਂ। ਜਿਹੜੀਆਂ ਗੱਲਾਂ ਕਰਦੇ ਸਕੂਲਾਂ ਦੀ ਗੱਲ ਕਰਦੇ ਆ, ਅੱਜ ਵੀ ਪੰਜਾਬ 'ਚ ਆਦਰਸ਼ ਸਕੂਲ ਹੈ, ਉੱਥੋਂ ਮੈਰੀਟੋਰੀ ਸਕੂਲ ਹੈਗੇ ਆ, ਉੱਥੋਂ ਬੱਚੇ ਕਿੰਨੇ ਨਿਕਲ ਕੇ ਜਾਂਦੇ ਆ। ਕਿਹੜੀ ਪੜ੍ਹਾਈ ਦੀ ਗੱਲ ਕਰੀਏ? ਹਸਪਤਾਲਾਂ ਦੀ ਗੱਲ ਆ ਗਈ ਜੀ ਭਾਜੀ, ਬਿਲਕੁਲ ਬਿਲਕੁਲ ਆਪਾਂ ਸਮਝ ਲਿਆ ਨਾ, ਜਵਾਬ ਲੈ ਲਈਏ। ਇੱਕ ਛੋਟਾ ਜਿਹਾ ਯੂਟੀ ਹੈ ਦਿੱਲੀ ਦੇ ਵਿੱਚ, ਰੈਵਨਿਊ ਉੱਥੇ ਵੱਧ ਹੋ ਸਕਦਾ ਹੈ, ਸਾਰੇ ਦੇਸ਼ ਦਾ ਪੈਸਾ ਉੱਥੇ ਆਉਂਦਾ, ਉੱਥੇ ਪੈਸਾ ਵੱਧਦਾ। ਥੈਂਕ ਯੂ ਜੀ ਭਾਜੀ, ਥੈਂਕ ਯੂ। ਪੈਸਾ ਨਹੀਂ ਹੈ ਸਰ, ਥੈਂਕ ਯੂ ਵੈਰੀ ਮਚ। ਗਰਗ ਸਾਹਿਬ ਤੁਸੀਂ ਆਪਣੀ ਗੱਲ ਵੀ ਕਿਉਂ, ਪਰ ਦੀਪਾ ਜੀ ਨੇ ਚੇਚੇ ਤੌਰ ਤੇ ਕਿਹਾ ਕਿ ਕਿਹੜੀ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ। ਹੁਣ ਤੱਕ 10 ਵਾਰੀ ਟੁੱਟ ਚੁੱਕੀ ਹੈ ਤੇ ਮੌਜ ਮਸਤੀਆਂ ਕਰਨ ਵਾਲਾ ਪ੍ਰਧਾਨ ਹੈ ਇਸ ਪਾਰਟੀ ਦਾ। ਚਲੋ ਮੈਨੂੰ ਹੁਣ ਨਾ ਵਿੱਚ ਨਾ ਟੋਕਿਓ, ਤੇ ਮੈਂ ਇਹਨਾਂ ਦੀ ਗੱਲ ਦਾ ਕੱਲੀ ਗੱਲ ਦਾ ਜਵਾਬ ਦੇਣਾ, ਔਰ ਠੋਕ ਕੇ ਜਵਾਬ ਦਿਆਂਗਾ, ਬਿਲਕੁਲ ਤੱਥਾਂ ਦੇ ਆਧਾਰ ਜਵਾਬ ਦਿਆਂਗੇ। ਇਹ ਗੱਲ ਕਰ ਰਹੇ ਨੇ ਧਰਮ ਨੂੰ ਵਰਤਦੇ ਨਹੀਂ, ਕਦੇ ਕਹਿੰਦੇ ਧਰਮ ਨੂੰ ਵਰਤਦੇ ਨਹੀਂ ਅਸੀਂ ਆਪਣੀ ਸਿਆਸਤ ਦੇ ਲਈ, ਤੇ ਕਦੇ ਤਾਂ ਤੁਸੀਂ ਕਹਿੰਦੇ ਹੋ ਸਾਡੀ ਪਾਰਟੀ ਧਾਰਮਿਕ ਪਾਰਟੀ ਹੈ। ਦਿੱਲੀ ਦੇ ਵਿੱਚ ਐਸਜੀਪੀਸੀ ਦੇ ਜਾ ਕੇ ਚੋਣਾਂ ਲੜਦੇ ਹੋ, ਉਹੀ ਪਾਰਟੀ ਪੰਜਾਬ ਦੇ ਵਿੱਚ ਆ ਕੇ ਸੈਕੂਲਰ ਹੋ ਜਾਂਦੀ ਹੈ। ਇੱਕੋ ਪਾਰਟੀ ਦੋ ਤਰ੍ਹਾਂ ਕਿਵੇਂ ਹੋ ਸਕਦੀ ਹੈ? ਉਹ ਕਿਸ ਤਰੀਕੇ ਨਾਲ ਧਾਰਮਿਕ ਚੋਣਾਂ ਲੜ ਸਕਦੀ ਹੈ? ਨੰਬਰ 2, ਹਾਂ ਉਹ ਵੀ ਦੱਸ, ਚਿੰਤਾ ਨਾ ਕਰੋ ਤੁਸੀਂ, ਉਹਦਾ ਫੈਸਲਾ ਆਉਣ ਵਾਲਾ ਹੈ। ਓਕੇ, ਪੈਂਡਿੰਗ ਪਿਆ ਉਹ ਕੇਸ ਦਾ, ਇੱਕ ਤੋਂ ਵੱਧ ਵਾਰ ਸੁਪਰੀਮ ਕੋਰਟ ਇਸ ਚੀਜ਼ ਦਾ ਫੈਸਲਾ ਕਰ ਚੁੱਕਿਆ ਹੈ। ਹਾਂ, ਔਰ ਤੁਸੀਂ, ਮੈਂ ਕਿਹਾ ਚਿੰਤਾ ਨਾ ਕਰੋ, ਉਹਦਾ ਫੈਸਲਾ ਵੀ ਆਉਣ ਵਾਲਾ ਹੈ। ਔਰ ਦਿੱਲੀ ਦੇ ਵਿੱਚ ਤਾਂ ਐਕਟੀ ਤੁਸੀਂ ਚੋਣਾਂ ਲੜ ਹੀ ਨਹੀਂ ਪਾਓਗੇ, ਉਹ ਚੀਜ਼ਾਂ ਛੱਡੋ ਦੀਪਾ ਸਾਹਿਬ। ਔਰ ਦੂਸਰੀ ਗੱਲ, ਇਹ ਸਾਡੀ ਪਾਰਟੀ ਦੀ ਗੱਲ ਕਰਦੇ ਨੇ, ਤੁਸੀਂ ਭਾਈ ਸਾਹਿਬ ਆਪਦੇ ਸੇਖਵਾ ਸਾਹਿਬ ਨੂੰ ਸੰਭਾਲ ਲਓ, ਢੀਂਡਸਾ ਸਾਹਿਬ ਨੂੰ ਸੰਭਾਲ ਲਓ, ਖੇਰੂ ਤਾਂ ਤੁਹਾਡੀ ਪਾਰਟੀ ਹੋ ਗਈ ਹੈ, ਪੱਲੇ ਤੇ ਤੁਹਾਡੇ ਕੁਝ ਰਿਹਾ ਨਹੀਂ। 2019 ਚ ਤੁਹਾਡੀ ਪਾਰਟੀ ਦਾ ਭੋਗ ਪੈ ਗਿਆ। ਹੁਣ ਇੱਕ ਬਾਦਲ ਪਰਿਵਾਰ ਦੀ ਇੱਕ ਪਰਸਨਲ ਯਾਨੀ ਕਿ ਪਾਰਟੀ ਹੈਗੀ, ਉਹਦੀਆਂ ਗੱਲਾਂ ਕਰੋ। ਔਰ ਤੀਸਰੀ ਗੱਲ, ਇਹ ਕਹਿ ਰਹੇ ਨੇ, ਮੈਨੂੰ ਦੱਸ ਦਿਓ ਤੁਸੀਂ, 1985 ਦੇ ਵਿੱਚ CAG ਦੀ ਰਿਪੋਰਟ ਹੈ, ਮੈਂ ਨਹੀਂ ਕਹਿ ਰਿਹਾ, CAG ਕਹਿੰਦੀ ਹੈ। ਰਿਪੋਰਟ ਕੀ ਕਹਿੰਦੀ ਹੈ? 1985 ਦੇ ਵਿੱਚ ਪੰਜਾਬ ਜਿਹੜਾ ਸਰਪਲਸ ਸੂਬਾ ਹੁੰਦਾ ਸੀ। 1985 ਤੋਂ ਲੈ ਕੇ ਅੱਜ 2021 ਤੱਕ ਸਰਕਾਰ ਕਿਹਦੀ ਰਹੀ ਹੈ? ਜਾਂ ਤਾਂ ਅਕਾਲੀਆਂ ਦੀ ਰਹੀ ਹੈ, ਅਕਾਲੀਆਂ ਦੇ ਵਿੱਚ ਵੀ ਬਾਦਲ ਪਰਿਵਾਰ ਦੀ, ਤੇ ਜਾਂ ਫਿਰ ਰਹੀ ਹੈ ਕਾਂਗਰਸ ਦੀ। ਅਸੀਂ ਤਾਂ ਇੱਥੇ ਕੋਈ ਰਾਜ ਨਹੀਂ ਕੀਤਾ। ਜੇਕਰ ਅੱਜ ਪੰਜਾਬ ਦੇ ਜੁਮੇ ਨਾ ਲੈਣ, ਜੋ ਕਰਜ਼ਾ ਚੜ੍ਹ ਗਿਆ, ਕਿੰਨੇ ਚੜਾਇਆ ਇਹਨਾਂ ਨੇ? ਜੇ ਅੱਜ ਕਿਸਾਨ ਦੀ ਗੱਲ ਕਰਦੇ ਨੇ, ਅਸੀਂ ਸਬਸਿਡੀ ਦਿੰਨੀ ਹੈ, ਕਿਸਾਨਾਂ ਦੀ ਪਾਰਟੀ ਹੈਗੇ ਆ। ਜੇ ਕਿਸਾਨਾਂ ਦੀ ਪਾਰਟੀ ਸੀ, ਕਿਸਾਨਾਂ ਨੂੰ ਸਬਸਿਡੀ ਦਿੰਦੇ ਸੀ, ਕਿਸਾਨਾਂ ਦੇ ਜੁਮੇ ਕਰਜ਼ਾ ਸਾਰਿਆਂ ਤੋਂ ਵੱਧ ਕਿਉਂ ਚੜ ਗਿਆ ਇਹਨਾਂ ਦੇ ਰਾਜ ਦੇ ਵਿੱਚ? ਕਿਸਾਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਖੁਦਕੁਸ਼ੀਆਂ ਕਰਨੀਆਂ ਕਿਉਂ ਸ਼ੁਰੂ ਕੀਤੀਆਂ? ਔਰ ਖੁਦਕੁਸ਼ੀਆਂ ਦਾ ਦੌਰ ਲਗਾਤਾਰ ਕਿਉਂ ਜਾਰੀ ਹੈਗਾ? ਗੱਲਾਂ ਕਰਦੇ ਨੇ ਇਹ ਬੇਸਿਕਲੀ ਤੁਸੀਂ ਵਿਕਾਸ ਦੀਆਂ ਗੱਲਾਂ ਕਰਦੇ ਹੋ, ਸੜਕਾਂ ਦੀਆਂ ਗੱਲਾਂ ਕਰਦੇ ਹੋ। ਉਹ ਸੜਕਾਂ ਜਿਹੜੀਆਂ ਤੁਸੀਂ ਵਿਕਾਸ ਨਹੀਂ ਕੀਤਾ, ਕਿਉਂਕਿ ਤੁਸੀਂ ਤਾਂ ਖਜ਼ਾਨਾ ਲੁੱਟ ਕੇ ਪੰਜਾਬ ਨੂੰ ਜਿਹੜਾ ਹੈਗਾ ਤਰਜਾਈ ਕੀਤਾ। ਜਿਹੜੀਆਂ ਸੜਕਾਂ ਤੁਸੀਂ ਦਿੱਤੀਆਂ ਠੇਕੇ ਤੇ ਆਪਣੇ ਭਾਈਵਾਲਾਂ ਨੂੰ, ਉਹ ਜਿਹੜੇ ਕਿ ਸਾਡੇ ਤੇ ਪੈਸੇ ਵਸੂਲਦੇ ਆ, ਸਾਡੇ ਤੋਂ ਟੋਲ ਵਸੂਲਦੇ ਆ ਸਾਡੇ ਤੋਂ, ਉੱਥੇ ਵੀ ਤੁਹਾਡੀ ਹਿੱਸਾ ਪੱਕੀ ਹੈਗੀ ਹੈ। ਤੁਸੀਂ ਇਹ ਨਾ ਕੋ ਵਿਕਾਸ ਹੁੰਦਾ ਜਿਹੜਾ ਟੈਕਸ ਲੋਕ ਕਰਦੇ ਆ, ਉਸ ਟੈਕਸ ਦੇ ਪੈਸੇ ਦੇ ਨਾਲ ਜੇਕਰ ਸੜਕਾਂ ਬਣੀਆਂ ਹੁੰਦੀਆਂ, ਉਸ ਟੈਕਸ ਦੇ ਪੈਸੇ ਦੇ ਨਾਲ ਸਕੂਲਾਂ ਦਾ ਸੁਧਾਰ ਹੋਇਆ ਹੁੰਦਾ, ਉਸ ਟੈਕਸ ਦੇ ਪੈਸੇ ਨਾਲ ਜੇਕਰ ਹੈਲਥ ਦਾ ਸੁਧਾਰ ਹੋਇਆ ਹੁੰਦਾ। ਅਸੀਂ ਹੈਲਥ ਦੀ ਗੱਲ ਕਰਦੇ ਹੋ, 35 ਸਾਲ ਹੋ ਗਏ ਲੋਕਾਂ ਕੋਲ ਇੱਕ ਵੀ ਹਸਪੀਟਲ ਦਾ ਨਹੀਂ ਬਣਿਆ। ਅੱਜ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਲਦੀ ਠੀਕ ਹੋ ਗਏ, ਘਰ ਪਰਤਨ ਜਾ ਕੇ ਅਦਾਲਤਾਂ 'ਚ ਦਾਖਲ ਹੋਣਾ, ਮਿਹਰਬਾਨੀ ਗਰਗ ਸਾਹਿਬ, ਪੰਜਾਬ ਔਰ ਖੁਸ਼ਹਾਲ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਬਣਾਤਾ। ਗਰਗ ਸਾਹਿਬ ਗੱਲਾਂ ਕਰਦੇ ਨੇ ਚੀਜ਼ ਦੀ ਹੈ। ਗਰਗ ਸਾਹਿਬ ਥੈਂਕ ਯੂ, ਗਰਗ ਸਾਹਿਬ ਥੈਂਕ ਯੂ। ਦੀਪਾ ਜੀ ਸੰਖੇਪ ਦੇ ਵਿੱਚ, ਕਿਉਂਕਿ ਸਵੈਜ ਜੀ ਵੀ ਇੰਤਜ਼ਾਰ ਕਰ ਰਹੇ ਆ, ਪਰ ਇਹ ਗੱਲ ਦਾ ਜਵਾਬ ਜ਼ਰੂਰ। ਉਹ ਕਹਿੰਦੇ ਤੁਸੀਂ ਪਾਰਟੀ ਟੁੱਟਣ ਦੀਆਂ ਗੱਲਾਂ ਕਰਦੇ ਹੋ, ਢੀਂਡਸਾ ਜੀ ਕਿੱਥੇ ਹੈ ਤੇ ਸੇਖਵਾਂ ਜੀ ਕਿੱਥੇ ਹੈ? ਬਾਦਲ ਪਰਿਵਾਰ ਦੀ
ਪਾਰਟੀ ਹੈ, ਕਿਹੜੇ ਵਿਕਾਸ ਦੀਆਂ ਗੱਲਾਂ ਕਰਦਾ ਅਕਾਲੀ ਦਲ? ਚਲੋ ਸੇਖਵਾਂ ਸਾਹਿਬ ਨੂੰ ਤੁਸੀਂ ਜੱਫੀ ਪਾ ਲਓ, ਤੁਸੀਂ ਦੇ ਦਿਓ 2 ਟਿਕਟਾਂ, ਢੀਂਡਸਾ ਪਰਿਵਾਰ ਨੂੰ ਤੁਸੀਂ ਦੇ ਦਿਓ, ਪਤਾ ਲੱਗ ਜਾਊਗਾ। ਇਹ ਪਿੱਛੇ ਇਲੈਕਸ਼ਨ ਹੋਏ ਆ ਕਮੇਟੀ ਦੇ, ਕਿੱਥੇ ਰਹੀ ਆ ਆਮ ਆਦਮੀ ਪਾਰਟੀ? ਪਿੱਛੇ ਹੋਈਆਂ ਪੰਚਾਇਤਾਂ ਦੇ ਇਲੈਕਸ਼ਨ, ਕਿੱਥੇ ਰਹੀ ਹੈ? ਪਿਛਲੀ ਪਾਰਲੀਮੈਂਟ 'ਚ ਕਿੱਥੇ ਤੁਹਾਡਾ ਵੋਟ ਬੈਂਕ ਚਲਾ ਗਿਆ? ਐਡੀ ਤੁਸੀਂ ਕੰਮ ਕਰਨ ਵਾਲੇ ਸੀ। ਅਰੇ ਪਾਰਲੀਮੈਂਟ 'ਚ ਤੁਹਾਡਾ ਕਿਹੜਾ ਜਿੱਤ ਗਿਆ? ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰਿਕ ਪਾਰਟੀ ਹੈ, ਇੱਕ ਮਿੰਟ, ਇੱਕੋ ਪਰਿਵਾਰ ਦੇ 2 ਮੈਂਬਰ ਜਿੱਤੇ ਆ, ਹੋਰ ਕੋਈ ਨਹੀਂ ਜਿੱਤਿਆ। ਹੁਣ ਚੁੱਪ ਕਰਕੇ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਤੁਹਾਡੇ ਜਿਹੜੇ ਆ ਅੱਧੇ ਤੋਂ ਵੱਧ ਲੀਡਰ ਇਹਨਾਂ ਰਵਾਇਤੀ ਪਾਰਟੀਆਂ 'ਚ ਆਏ ਹੋਏ ਆ। ਸੁਖਪਾਲ ਸਿੰਘ ਖਹਿਰਾ ਕਿਹੜੀ ਪਾਰਟੀ 'ਚ ਆਇਆ? ਅਮਨ ਤੁਸੀਂ ਲੈ ਰਹੇ ਹੋ ਤੁਹਾਡੇ ਕੀ ਹੋਇਆ? ਤੁਹਾਡੇ ਕਿਹੜੀ ਪਾਰਟੀ 'ਚ ਆਇਆ? ਮੈਂ ਗੱਲ ਭੁੱਲ ਗਿਆ ਸੀ, ਤੁਹਾਡੀ ਪਾਰਟੀ 'ਚ ਆਏ ਹੋਏ ਆ, ਵਾਪਸ ਲੈ ਉਹਨਾਂ ਨੂੰ। ਆ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ, ਕਿੰਨੀਆਂ ਟਪੂਸੀਆਂ ਮਾਰ ਕੇ ਐਡੀ ਤੁਹਾਡੀ ਪਾਰਟੀ ਗੱਲ ਹੁੰਦੀ, ਤੁਹਾਡਾ ਦਿੱਲੀ ਦਾ ਮਾਡਲ ਹੁੰਦਾ, ਤੁਹਾਡਾ ਕੇਜਰੀਵਾਲ ਦੀ ਲੀਡਰਸ਼ਿਪ ਹੁੰਦੀ, ਐਨੇ ਐਮਐਲਏ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਸੀ, ਐਨੇ ਐਮਪੀ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਸੀ। ਅਗਾਂਹ ਆਇਆ ਨਾ ਤੁਸੀਂ ਪਾਰਲੀਮੈਂਟ ਦਾ, ਤੁਹਾਡੇ ਜਿੰਨੇ ਐਮਪੀ ਆ ਐਮਐਲਏ ਫੜ ਕੇ ਰੱਖਿਆ ਜੇ ਇਹਨਾਂ ਨੂੰ, ਸਭ ਨੇ ਭਜਣਾ ਇੱਥੋਂ। ਉਹ ਮੈਂ ਕਿਹਾ ਜੀ ਤੁਸੀਂ ਸੰਭਾਲ ਕੇ ਰੱਖੋ, ਆਪਣੇ ਪਰਮਿੰਦਰ ਢੀਂਡਸੇ ਨੂੰ ਸੰਭਾਲ ਕੇ ਰੱਖੋ, ਸਰਵੇ ਸਰਕਾਰ ਬਣ ਰਹੀ ਹੈ, ਸੰਭਾਲ ਕੇ ਰੱਖੋ, ਉਹਨਾਂ ਨੂੰ ਸੰਭਾਲ ਕੇ ਰੱਖੋ। ਅੰਦਰੋਂ ਉਹਨਾਂ ਨੂੰ ਪਹਿਲਾਂ ਤਾਂ 14 ਸੀਟਾਂ ਆ ਵੀ ਗਈਆਂ ਸੀ, ਸਰਵੇ ਕਰਦਾ 7 ਸੀਟਾਂ ਨਹੀਂ ਹੋਣੀਆਂ ਤੁਹਾਨੂੰ। ਕਾਂਗਰਸ ਦੇ ਭਵਨ ਨੂੰ ਸਵਾਰੀਆਂ ਨਹੀਂ ਹੋਣੀਆਂ ਦੀਪਾ ਜੀ, ਕਾਂਗਰਸ ਦੇ ਭਵਨ ਨੂੰ ਇਸ ਵਾਰੀ ਤੁਹਾਡੇ ਕੋਲ ਸਵਾਰੀਆਂ ਨਹੀਂ ਹੋਣੀਆਂ ਦੀਪਾ ਜੀ। ਉਹ ਗੱਲ ਸੁਣਨ, ਉਹ ਸੁਣਿਆ ਵੀ ਕਰੋ ਤੁਸੀਂ, ਉਹ ਕੋਈ ਸੱਚੀ ਗੱਲ ਸੁਣ ਵੀ ਲਿਆ ਕਰੋ। ਮੇਰੇ ਕਹਿਣ ਦੀ ਪੰਜਾਬ ਦਾ ਬੱਚਾ ਜਾਣਦਾ। ਇੱਕ ਵੇਲੇ ਗੱਲ ਠੀਕ ਸੀ, ਤੁਹਾਡੀ ਪਾਰਟੀ ਤੇ ਵਿਸ਼ਵਾਸ ਕੀਤਾ ਸੀ, ਨਵੀਂ ਸੋਚ ਵਾਲੀ ਪਾਰਟੀ ਹੈ, ਕੁਝ ਨਵਾਂ ਕਰੂਗੀ। ਤੁਸੀਂ ਤਾਂ ਉਹ ਲੋਕਾਂ ਦਾ ਵਿਸ਼ਵਾਸ ਤੋੜਿਆ, ਤੁਹਾਡੇ ਦਾ ਨੇੜੇ ਨਹੀਂ ਟੱਪਣ ਦੇਣਾ ਤੁਹਾਡੀ ਪਾਰਟੀ ਨੂੰ ਕਿਸੇ ਨੇ। ਚਲੋ ਦੀਪਾ ਜੀ ਗੱਲ ਆ ਗਈ ਤੁਹਾਡੀ। ਜਿੰਨੀ ਪਿਛਲੀ ਅਸੈਂਬਲੀ ਤੋਂ ਪਾਰਲੀਮੈਂਟ ਤੋਂ ਬਾਅਦ 2014 ਤੋਂ ਬਾਅਦ ਇਲੈਕਸ਼ਨ ਆਇਆ, ਮੇਰੀ ਗਿਰਾਵਟ ਆਈ ਹੈ। ਕੋਈ ਬਾਈ ਇਲੈਕਸ਼ਨ ਹੋਇਆ ਹੋਵੇ, ਓਕੇ ਦੀਪਾ ਜੀ ਮਿਹਰਬਾਨੀ, ਵੱਡਾ ਇਲੈਕਸ਼ਨ ਹੋਇਆ ਹੋਵੇ, ਕਿੱਥੇ ਖੜੀ ਹੈ ਤੁਹਾਡੀ ਪਾਰਟੀ? ਦਿੱਲੀ ਦੀ ਚੱਕੀ ਫਿਰਦੇ ਹੋ। ਥੈਂਕ ਯੂ ਦੀਪਾ ਜੀ, ਥੈਂਕ ਯੂ ਵੈਰੀ ਮਚ। ਸਵੈ ਸਾਹਿਬ ਖਾਸ ਤੌਰ ਤੇ ਜਦੋਂ ਆਪਾਂ ਕਿਸਾਨੀ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਕੇਜਰੀਵਾਲ ਨੇ ਸਪਸ਼ਟ ਤੌਰ ਤੇ ਕਿਹਾ ਕਿ 3 ਖੇਤੀ ਕਾਨੂੰਨ ਜਿਹੜਾ ਰੱਦ ਕਰਾਉਣ ਦੇ ਬਗੈਰ ਹੋਰ ਕੋਈ ਚਾਰਾ ਨਹੀਂ। ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਕਿਸਾਨੀ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਨੇ ਵੀ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ, ਬੇਵਫਾਈ ਕੀਤੀ ਹੈ। ਅਸੀਂ ਆਵਾਂਗੇ ਤਾਂ ਕਿਸਾਨੀ ਦੀ ਵੀ ਬਿਹਤਰੀ ਕਰਾਂਗੇ। ਨਹੀਂ, ਮੈਂ ਤਾਂਹੀਓ ਕਹਿ ਰਿਹਾ ਸੀ ਨਾ ਕਿ ਕੇਜਰੀਵਾਲ ਸਾਹਿਬ ਬਹੁਤ ਡਰਾਮੇ ਕਰਦੇ ਨੇ। ਉਹ ਇੱਕ ਸਿੰਸੀਅਰ ਜਾਂ ਕੋਈ ਜ਼ਿੰਮੇਵਾਰ ਪੋਲੀਟੀਸ਼ੀਅਨ ਦੀ ਗੱਲ ਨਹੀਂ ਕਰਦੇ ਹੈਗੇ। ਦਿੱਲੀ 'ਚ ਤਾਂ ਉਹਨਾਂ ਨੇ ਆਪ ਲਾਗੂ ਕੀਤਾ ਇੱਕ ਕਾਨੂੰਨ ਜਿਹੜਾ ਹੈਗਾ, ਮੇਰੇ ਕੋਲ ਨੋਟੀਫਿਕੇਸ਼ਨ ਪਿਆ, ਜਿਹੜਾ ਉੱਥੇ 2 ਮੰਡੀਆਂ ਦਿੱਲੀ ਦੀਆਂ ਜਿਹੜੀਆਂ ਗ੍ਰੇਨ ਮਾਰਕੀਟਸ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਲਾਗੂ ਕੀਤਾ ਇਹ ਕਾਨੂੰਨ। ਇੱਕ ਇਹ ਕਹਿੰਦੇ ਜੀ ਕਿਸਾਨਾਂ ਦੇ ਹੱਕ 'ਚ ਹੈਗੇ ਆ, ਨੋਟੀਫਿਕੇਸ਼ਨ ਨੋਟ ਵੀ ਕੀਤੀ ਹੈ। ਦੇਖੋ ਦੂਜੀ ਗੱਲ ਜਿਹੜੀ ਹੈਗੀ ਹੈ, ਤੁਸੀਂ ਬਦਲ ਦੀ ਗੱਲ ਕਰ ਰਹੇ ਸੀਗੇ। ਦੇਖੋ ਇਹ ਹਿਊਮਨ ਨੇਚਰ ਹੈ ਜੀ ਕਿ ਬਦਲ ਦੀ ਮਤਲਬ ਜਿਵੇਂ ਆਪਾਂ ਕੋਈ ਤਾਜ਼ੀ ਹਵਾ ਦੀ ਸਾਨੂੰ ਲੋੜ ਹੁੰਦੀ ਹੈ ਜਾਂ ਆਪਾਂ ਕੋਈ ਕਰਦੇ ਆ ਨਾ ਜੀ, ਆਪਾਂ ਇੱਕ ਖਾਣਾ ਖਾਂਦੇ ਆਪਾਂ ਦੂਜੇ ਖਾਣੇ ਦੀ ਗੱਲ ਘਰ 'ਚ ਵੀ ਹੈਗੀ ਆ। ਹਰ ਬੰਦਾ ਤਾਜ਼ੀ ਗੱਲ ਦੀ ਕੋਸ਼ਿਸ਼ ਕਰਦਾ ਹੈ ਕਿ ਸਾਨੂੰ ਤਾਜ਼ੀ ਹਵਾ ਦਾ ਕੋਈ ਜਿਹੜਾ ਹੈਗਾ ਬੁੱਲਾ ਮਿਲੇ, ਨਵੀਂ ਚੀਜ਼ ਵੇਖੀਏ। ਪੰਜਾਬ ਦੇ ਲੋਕਾਂ ਦੇ ਵਿੱਚ ਵੀ ਇਹ ਗੱਲ ਹੈ, ਕਿਤੇ ਨਾ ਕਿਤੇ ਖੜੀ ਹੈ ਕਿ ਸਾਨੂੰ ਬਦਲ ਮਿਲਣਾ ਚਾਹੀਦਾ ਹੈ। ਲੇਕਿਨ ਸਾਰਾ ਜਿਹੜਾ $1 ਮਿਲੀਅਨ ਕੁਐਸਚਨ ਇਹ ਹੈ ਕਿ ਬਦਲ ਹੈ ਕੋਈ? ਤੁਸੀਂ ਦੇਖੋ ਪੰਜਾਬ, ਇਹ ਆਮ ਆਦਮੀ ਪਾਰਟੀ ਦਾ ਜਦੋਂ ਫਾਊਂਡੇਸ਼ਨ ਹੋਈ ਸੀ, ਜਦੋਂ ਇਹ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਹੈ, ਕਿੱਡੇ ਬੰਦੇ ਆਏ ਸੀਗੇ, ਕਿੱਡੇ ਜਿਹੜੇ ਬਹੁਤ ਪੜ੍ਹੇ ਬੰਦੇ, ਸਿਆਣੇ, ਜੱਜ, ਸਾਇੰਟਿਸਟ, ਹੋਰ ਪਤਾ ਨਹੀਂ ਕਿੰਨੇ ਲੋਕ ਆਏ ਸੀ ਕਿ ਚਲੋ ਕੋਈ ਬਦਲ ਸਾਨੂੰ ਮਿਲ ਰਿਹਾ ਹੈ। ਤੇ ਉੱਥੋਂ ਇੱਕ ਮੇਨ ਮਕਸਦ ਕੀ ਸੀਗਾ, ਮੇਨ ਪਾਰਟੀ ਦਾ ਨਾਅਰਾ ਕੀ ਸੀਗਾ ਕਿ ਇਹ ਪਾਰਟੀ ਫੇਸਲੈਸ ਹੋਏਗੀ, ਕਿਸੇ ਇੰਡੀਵਿਜੂਅਲ ਦੀ ਪਾਰਟੀ ਨਹੀਂ ਹੋਏਗੀ। ਲੇਕਿਨ ਅੱਜ ਕੀ ਹੋ ਰਿਹਾ, ਉਹ ਸਾਰੇ ਬੰਦੇ ਨਿਕਲ ਗਏ, ਹੌਲੀ ਕੁਝ ਨਿਕਲ ਗਏ, ਕੁਝ ਵੱਡੇ ਇਮਾਮ ਕਰਕੇ ਕੱਢ ਦਿੱਤੇ ਗਏ। ਅੱਜ ਕੀ ਹੈ, ਅੱਜ ਕੇਜਰੀਵਾਲ ਇਜ਼ ਪਾਰਟੀ ਐਂਡ ਪਾਰਟੀ ਇਜ਼ ਕੇਜਰੀਵਾਲ। ਇੱਕ ਬੰਦੇ ਤੇ ਖੜੀ ਹੈ, ਇੱਕ ਬੰਦੇ, ਕੋਈ ਹੋਰ ਕਿਸੇ ਦਾ ਪਾਰਟੀ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ। ਜੀ ਤੁਹਾਡੀ ਗੱਲ ਆ ਗਈ, ਕੋਈ ਬੇਸ ਨਹੀਂ ਹੈਗਾ। ਸੋ ਇਹ ਪੰਜਾਬ ਦੇ ਕੋਈ ਬਦਲ ਨਹੀਂ ਦੇ ਸਕਦੇ। ਸਵੈ ਜੀ ਸਮਾਂ ਨਹੀਂ, ਮੈਂ ਇੱਕ ਜਵਾਬ ਜ਼ਰੂਰ ਲੈਣਾ ਚਾਹਾਂਗਾ। ਕੱਲ ਕੇਜਰੀਵਾਲ ਦੀ ਸਟੇਜ ਤੋਂ, ਕਿਉਂਕਿ ਬੇਅਦਬੀ ਪੰਜਾਬੀਆਂ ਦਾ ਬਹੁਤ ਵੱਡਾ ਮੁੱਦਾ ਹੈ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਬੇਅਦਬੀ ਦੇ ਮੁੱਦੇ ਤੇ ਕੀ ਕੀਤਾ। ਸੰਖੇਪ ਦੇ ਵਿੱਚ ਆਈ ਐਮ ਸੌਰੀ ਕਿ ਸਮਾਂ ਨਹੀਂ ਹੈ, ਪਰ ਮੈਂ ਜਵਾਬ ਜ਼ਰੂਰ ਚਾਹਾਂਗਾ। ਸਵੈ ਜੀ, ਬੇਅਦਬੀ ਦੇ ਮੁੱਦੇ ਦੇ ਵਿੱਚ ਜੋ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਸੀ, ਵਿਦਆਊਟ ਐਨੀ ਪੋਲੀਟੀਕਲ ਇੰਟਰਫੀਰੈਂਸ, ਕੈਪਟਨ ਸਾਹਿਬ ਨੇ ਕੋਈ ਪੋਲੀਟੀਕਲ ਇੰਟਰਫੀਰੈਂਸ ਨਹੀਂ ਕੀਤੀ। ਅੱਜ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਚਲਾਨ ਕੋਰਟ ਦੇ ਵਿੱਚ ਪਹੁੰਚ ਗਏ ਨੇ। ਜਿਹੜੇ ਮੁਲਜ਼ਮ ਨੇ
ਉਹ ਉੱਥੇ ਜਿਹੜੇ ਚਲਾਨ ਉਹਦੇ ਖਿਲਾਫ ਹੋ ਗਿਆ, ਉਹਨਾਂ ਦੇ ਖਿਲਾਫ ਜਿਹੜੀ ਦੇਰੀ ਵੀ ਹੋਈ ਹੈ। ਤੁਸੀਂ ਦੇਖਿਆ ਹੋਏਗਾ CBI ਨੇ ਕੇਸ ਦੇਣ ਤੋਂ ਇਨਕਾਰ ਕੀਤਾ ਸੀਗਾ, ਪੰਜਾਬ ਗਵਰਨਮੈਂਟ ਨੂੰ ਫਾਈਲਾਂ ਮੋੜ ਤੋਂ ਇਨਕਾਰ ਕਰਤਾ ਸੀਗਾ। ਜਦੋਂ ਪੰਜਾਬ ਵਿਧਾਨ ਸਭਾ ਨੇ ਕੈਂਸਲ ਕਰਕੇ ਆਪਣੇ ਕੋਲ ਲੈ ਗਈ ਸੀ ਨਾ, ਤਫਤੀਸ਼ ਲੈ ਰਹੀ ਸੀ, CBI ਡਾਕੂਮੈਂਟਸ ਦੇ ਰਹੀ। ਜਦੋਂ ਮੈਡਮ ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ਚੋਂ ਉਦੋਂ ਰਿਜ਼ਾਈਨ ਕੀਤਾ, ਉਹਦੇ ਵਿਦਿਨ ਮੰਥ ਸਾਡੇ ਕੋਲ ਫਾਈਲਾਂ ਆ ਗਈਆਂ। ਇਹਦਾ ਮਤਲਬ ਕੌਣ ਰੋਕ ਰਿਹਾ ਸੀਗਾ CBI ਨੂੰ ਤਫਤੀਸ਼ ਕਰਨ ਤੋਂ, ਨਿਰਪੱਖਤਾ ਨਾਲ ਤਫਤੀਸ਼ ਕਰਨ ਤੋਂ? ਸਪਸ਼ਟ ਹੋ ਗਿਆ ਕੌਣ ਰੋਕ ਰਿਹਾ ਸੀਗਾ। ਉਸ ਤੋਂ ਬਾਅਦ ਸਿੱਧਾ ਸਪਸ਼ਟ ਤੌਰ ਤੇ ਜੀ ਆਪਣੇ ਜਿਹੜੇ ਬੈਠੇ ਨੇ, ਇਹਨਾਂ ਦੇ ਪਾਰਟੀ ਜਿਹੜੇ ਦੀਪਾ ਜੀ ਬੈਠੇ ਨੇ ਹੈ ਨਾ ਜੀ, ਜਿਹੜੇ ਉਹਦੇ ਅਫੈਕਟਡ ਸੀਗੇ। ਲੇਕਿਨ ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਅਫਸਰਾਂ ਨੇ ਦੇਖੋ, ਕੁਮਰ ਵਿਜੇ ਪ੍ਰਤਾਪ ਵਰਗੇ ਜਿਹੜੇ ਨਿਰਪੱਖ ਅਫਸਰ ਨੇ, ਜਿਨ੍ਹਾਂ ਦੀ ਕੋਈ, ਮੈਂ ਕਹਿੰਦਾ ਇਹ ਪਾਰਟੀਆਂ ਵੀ ਇਹਨਾਂ ਨੂੰ ਕੋਈ ਉਹਦੇ ਖਿਲਾਫ ਕੋਈ ਇਲਜ਼ਾਮ ਨਹੀਂ ਲਾ ਸਕਦੀਆਂ ਹੈਗੀਆਂ, ਉਹਨਾਂ ਨੇ ਤਫਤੀਸ਼ ਕਰਕੇ ਦੁੱਤਾ ਪਾਣੀ ਕਰਕੇ ਚਲਾਨ ਫਾਈਲ ਕਰਤਾ। ਹੁਣ ਕੋਰਟਾਂ ਨੇ ਫੈਸਲਾ ਕਰਨਾ ਅੱਗੇ ਜੀ। ਸੋ ਉਹ ਵੀ ਫੈਸਲਾ ਜਿਹੜਾ ਥੈਂਕ ਯੂ ਸੋਹਿਲ ਜੀ, ਬਹੁਤ ਮਿਹਰਬਾਨੀ ਤੁਸੀਂ। ਸੋਹਿਲ ਜੀ, ਮੈਂ ਹੋਰ ਸਮਾਂ ਵੀ ਆਪਾਂ ਲੈ ਸਕਦੇ, ਪਰ ਮੇਰੀ ਮਜਬੂਰੀ ਹੈ। ਗਰਗ ਸਾਹਿਬ ਬਿਲਕੁਲ ਸੰਖੇਪ ਦੇ ਵਿੱਚ ਗੱਲ ਤਾਂ ਲੰਬੀ ਵੀ ਹੋ ਸਕਦੀ ਹੈ, ਪਰ ਉਹਨਾਂ ਨੇ ਕਿਹਾ ਵੀ ਬਦਲ ਕਿਹੜੇ ਬਦਲ ਦੀ ਗੱਲ ਕਰਦੇ ਹੈ, ਕੇਜਰੀਵਾਲ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਕੇਜਰੀਵਾਲ, ਇਸ ਤੋਂ ਇਲਾਵਾ ਤੀਜੀ ਗੱਲ ਕੋਈ ਨਹੀਂ। ਕੇਜਰੀਵਾਲ ਅੱਜ ਇਮਾਨਦਾਰੀ ਦਾ ਸਭ ਤੋਂ ਵੱਡਾ ਇੱਕ ਬ੍ਰਾਂਡ ਹੈ ਹਿੰਦੁਸਤਾਨ ਦੇ ਵਿੱਚ, ਇਕੱਲੇ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਉਹਦੀਆਂ ਧੂਮਾਂ ਨੇ। ਸਾਡਾ ਉਹ ਬ੍ਰਾਂਡ ਹੈ, ਸਾਡਾ ਇੱਕ ਲੀਡਰ ਹੈਗਾ ਔਰ ਪਾਰਟੀ ਦੇ ਸੁਪਰੀਮੋ ਹੈਗੇ ਆ, ਠੀਕ ਹੈ ਨਾ। ਔਰ ਜਿਸ ਤਰ੍ਹਾਂ ਦੀ ਗਵਰਨੈਂਸ ਦਾ ਸਾਨੂੰ ਇੱਕ ਤਰ੍ਹਾਂ ਦੇ ਮੌਕਾ ਮਿਲਿਆ ਦਿੱਲੀ ਦੇ ਵਿੱਚ, ਜਿਸ ਤਰ੍ਹਾਂ ਦੀ ਅਸੀਂ ਗਵਰਨੈਂਸ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਜਿਸ ਤਰ੍ਹਾਂ ਨਜਿੱਠਿਆ, ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ, ਪੰਜਾਬ ਦੇ ਲੋਕਾਂ ਨੂੰ ਵੀ ਉਸੇ ਮਾਡਲ ਦੇ ਤਹਿਤ ਅਸੀਂ ਗਵਰਨੈਂਸ ਦੇਵਾਂਗੇ। ਇਸ ਕਰਕੇ ਪੰਜਾਬ ਦੇ ਲੋਕ ਗੁਜਰਾਤ ਦਾ ਮਾਡਲ ਜਿਹਨੇ ਗੁਜਰਾਤ ਦਾ ਮਾਡਲ ਕੋਈ ਗੁਜਰਾਤ ਵਾਲੇ ਆਖੋ ਜੀ, ਗੁਜਰਾਤ ਵਾਲਿਆਂ ਦੇ ਇਹਨਾਂ ਨੂੰ ਆਖੋ ਬਦਲ ਦੀ ਗੱਲ ਕਰਦੇ ਆ। ਬਦਲ ਨੇ ਕਿੰਨਾ ਦੋ ਲਾਈਨਾਂ ਦੀਪਾ ਜੀ। ਕੇਜਰੀਵਾਲ ਦਾ ਤੇ ਆ ਜਿਹੜੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦਾ ਕੋਈ ਫਰਕ ਨਹੀਂ। ਕਿਸੇ ਵੇਲੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਬੱਚਿਆਂ ਦੀ ਸਹੁੰ ਖਾ ਕੇ ਇਹ ਕਿਹਾ ਸੀ ਕਿ ਮੈਂ ਕਾਂਗਰਸ ਨਾਲ ਕਦੀ ਵੀ ਹੱਥ ਨਹੀਂ ਮਿਲਾਵਾਂਗਾ, ਫਿਰ ਕਾਂਗਰਸ ਦੀ ਸਪੋਰਟ ਲੈ ਕੇ ਉੱਥੇ ਸਰਕਾਰ ਬਣਾਈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪਿਛਲੀ ਵਾਰੀ ਵਾਅਦੇ ਕਰਕੇ ਪੂਰੇ ਨਹੀਂ ਕੀਤੇ। ਆ ਭਗਵੰਤ ਮਾਨ ਜੀ ਮਾਂ ਦੀ ਸਹੁੰ ਖਾ ਕੇ ਕਹਿੰਦੇ ਜੀ ਮੈਂ ਸਭ ਕੁਝ ਛੱਡਤਾ। ਚਲੋ ਆਪਾਂ ਜਾਤੀ ਤੌਰ ਤੇ ਕਿ ਸਾਰਾ ਕੁਝ ਉਵੇਂ ਚੱਲੀ ਜਾਂਦਾ। ਸੋ ਇਹਨਾਂ ਨੂੰ ਕਹੀਏ ਵੀ ਕੇਜਰੀਵਾਲ ਕਿਸੇ ਜਾਂ ਭਗਵੰਤ ਮਾਨ ਕਿਸੇ ਕੈਪਟਨ ਅਮਰਿੰਦਰ ਸਿੰਘ ਤੋਂ ਅੱਡ ਹੈ ਕੋਈ ਨਹੀਂ। ਸਭ ਨੂੰ ਤਾਕਤ ਚਾਹੀਦੀ ਹੈ, ਕੁਰਸੀ ਚਾਹੀਦੀ ਹੈ, ਕੁਝ ਝੂਠ ਬੋਲਣਾ ਪਵੇ, ਕੁਝ ਕਰਨਾ ਪਵੇ, ਬੱਚਿਆਂ ਦੀ ਸਹੁੰ, ਮਾਂ ਦੀ ਸਹੁੰ, ਗੁਟਕਾ ਸਾਹਿਬ ਦੀ ਸਹੁੰ, ਕੁਝ ਖਾਣੀ ਪਵੇ, ਤਿਆਰ ਹੈ, ਕੁਝ ਕਿਸੇ ਨਾਲੋਂ ਲੱਗ ਨਹੀਂ ਹੈ। ਥੈਂਕ ਯੂ ਵੈਰੀ ਮਚ। ਜਿਹੜਾ ਗਰਗ ਸਾਹਿਬ ਦੋ ਲਾਈਨਾਂ ਦਾ ਕਮੈਂਟ, ਕਿਉਂਕਿ ਦੀਪਾ ਜੀ ਨੇ ਕਮੈਂਟਸ ਕੀਤੇ ਆ, ਦੋ ਲਾਈਨਾਂ, ਪਰ ਸੰਖੇਪ ਦੇ ਵਿੱਚ ਸਮੇਂ ਦੇ ਲਿਹਾਜ਼ ਨਾਲ ਮੇਰੀ ਮਜਬੂਰੀ ਆ, ਫਿਰ ਵੀ ਮੈਂ ਕਹਿ ਰਿਹਾ ਤੁਹਾਨੂੰ। ਇਹਦਾ ਜਵਾਬ ਸਾਨੂੰ ਦੇਣ ਦੀ ਜ਼ਰੂਰਤ ਨਹੀਂ। ਪੰਜਾਬ ਦੇ ਲੋਕ 2022 ਦੇ ਵਿੱਚ ਆਪੇ ਇਹਨਾਂ ਨੂੰ ਜਵਾਬ ਦੇ ਦੇਣਗੇ। ਇਹਨਾਂ ਦੀ ਮਿਹਰਬਾਨੀ ਖਾਦੀ ਜਾਂ ਦੱਸ ਦਿਓ। ਮਿਹਰਬਾਨੀ ਦੀਪਾ ਜੀ। ਚਲੋ ਆਪਾਂ ਇਹਨਾਂ ਗੱਲਾਂ ਚ ਨਾ ਪਈਏ। ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਦੀਪਾ ਜੀ, ਗਰਗ ਸਾਹਿਬ, ਸੋਹਿਲ ਜੀ ਤਿੰਨਾਂ ਦਾ ਧੰਨਵਾਦੀ ਤਾਂ ਹਾਂ ਹੀ ਹੈ। ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ, ਡਿਬੇਟ, ਸਵਾਲ ਉੱਠੇ ਹੈ, ਸੁਭਾਵਿਕ ਹੈ ਆਮ ਆਦਮੀ ਪਾਰਟੀ ਦੀ ਰੈਲੀ ਤੇ ਵਿਰੋਧੀਆਂ ਵੱਲੋਂ ਸਵਾਲ ਉੱਠਣੇ ਸੀ, ਪਰ ਸਾਰੀ ਬਹਿਸ ਜਿਹੜਾ ਮੁੱਦਾ ਉੱਭਰ ਕੇ ਸਾਹਮਣੇ ਆਇਆ ਕਿ 2022 ਦੇ ਚ ਜੋ ਵੀ ਫੈਸਲਾ ਹੋਏਗਾ, ਆਪ ਆਉਂਦੀ ਹੈ, ਕਾਂਗਰਸ ਆਉਂਦੀ ਹੈ, ਅਕਾਲੀ ਦਲ ਆਉਂਦਾ, ਤੀਜੀ ਧਿਰ ਆਉਂਦੀ ਹੈ, ਆਖਰ ਫੈਸਲਾ ਤੁਹਾਡੇ ਹੱਥ ਯਾਨੀ ਪੰਜਾਬੀਆਂ ਦੇ ਹੱਥ ਹੈ। ਦਾਅਵੇ ਆਪਣੀ ਜਗ੍ਹਾ ਤੇ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ, ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਮੇਰੇ ਚੈਨਲ ਤੇ ਆਏ, ਧੰਨਵਾਦੀ ਹਾਂ ਤੇ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।